ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਜੁਗ ਤੈ ਮਾਣਿਓ ਛਲਿਓ ਬਾਲ ਬਾਵਨ ਭਾਇਓ। ਤ੍ਰੀਤੈ ਤੈ ਮਾਣਿਓ ਰਾਮ ਰਘੁਵੰਸ਼ ਕਹਾਇਓ। ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ। ਉਗਰ ਸੈਣ ਕੋ ਰਾਜ ਅਭੈ ਭਗਤੈ ਜਨ ਦਿਓ। ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ। ਸ੍ਰੀ ਗੁਰੂ ਰਾਜ ਅਬਚਲ ਅਟਲ ਆਦਿ ਪੁਰਖ ਫੁਰਮਾਇਓ। ਆਪੇ ਗੋਪੀ ਆਪੇ ਕਾਨਾ ਆਪੇ ਗਊ ਚਰਾਵੈ ਬਾਨਾ। ਆਪ ਪਾਵਹਿ ਆਪ ਖਪਾਵਹਿ ਤੁਧ ਲੇਪ ਨਹੀਂ ਇਕ ਤਿਲ ਰੰਗਾ। ਆਪੇ ਗੋਪੀ ਆਪੇ ਕਾਨਾ ਆਪੇ ਗਊ ਚਰਾਵੈ ਬਾਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਥ ਵਾਲੀ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਮਹਾਨ ਰਹਿਮਤ ਸਦਕਾ ਸਾਹਿਬ ਜੀ ਦੀ ਮੁਖਾਰਬਿੰਦ ਰਚਨਾ ਦਸਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੋ ਪਾਠ ਬੋਧ ਦੇ ਰੂਪ ਵਿੱਚ ਸੰਥਾਪਾ ਕਰ ਰਹੇ ਹਾਂ। ਸਤਿਗੁਰਾਂ ਦੀ ਰਹਿਮਤ ਸਦਕਾ ਕੱਲ੍ਹ ਰਾਮਾ ਅਵਤਾਰ ਦੀ ਸੰਪੂਰਨਤਾ ਹੋਈ ਹੈ। 254 ਅੰਗ ਦਸਮ ਮਹਾਰਾਜ ਜੀ ਦਾ। ਹੁਣ ਅੱਗੇ ਅੰਗ ਦੇ ਮੱਧ ਵਿੱਚੋਂ 254 ਅੰਗ 'ਤੇ ਹੀ ਆਰੰਭਤਾ ਹੋ ਰਹੀ ਹੈ ਕ੍ਰਿਸ਼ਨਾ ਅਵਤਾਰ ਦੀ। ਸੋ ਆਓ ਪਹਿਲਾਂ ਕੁਝ ਕੁ ਬੇਨਤੀਆਂ ਕਰਨੀਆਂ ਨੇ, ਸਾਰੇ ਧਿਆਨ ਦਈਏ। ਜੋ ਇਹ ਕ੍ਰਿਸ਼ਨਾ ਅਵਤਾਰ ਹੁਣੇ ਆਰੰਭ ਹੋਣ ਜਾ ਰਿਹਾ ਹੈ, 24 ਅਵਤਾਰ ਪ੍ਰਸੰਗਾਂ ਦੀ ਇਹ ਅਵਤਾਰ ਕਥਾ ਵਿਸ਼ੇਸ਼ ਉਲੇਖਯੋਗ ਹੈ। ਕਿਉਂਕਿ ਇੱਕ ਤਾਂ ਇਹਦਾ ਆਕਾਰ ਬਹੁਤ ਵੱਡਾ ਹੈ। ਕ੍ਰਿਸ਼ਨਾ ਅਵਤਾਰ ਸਾਰੇ 24 ਤਰ੍ਹਾਂ ਤੋਂ ਵੱਡਾ ਕਾਰੀ ਰਚਨਾ ਹੈ। ਦੂਜੀ ਗੱਲ, ਇਸ ਵਿੱਚ ਸਾਹਿਬ ਜੀ ਨੇ ਯੁੱਧ ਵਰਣਨ ਵਿੱਚ ਵਿਸ਼ੇਸ਼ ਰੁਚੀ ਵਿਖਾਈ ਹੈ। ਤੀਜੀ ਜਿਹੜੀ ਗੱਲ ਹੈ, ਪੰਜਾਬ ਵਿੱਚ ਹੀ ਨਹੀਂ ਸਮੁੱਚੇ ਹਿੰਦੀ ਸਾਹਿਤ ਵਿੱਚ ਕ੍ਰਿਸ਼ਨ ਸੰਬੰਧੀ ਲਿਖੀ ਗਈ ਕਾਵਿ ਰਚਨਾ ਵਿੱਚ ਇਸ ਦਾ ਮਹੱਤਵਪੂਰਨ ਸਥਾਨ ਹੈ। ਤੋਂ ਅੰਦਰਲੀ ਗਵਾਹੀ ਅਨੁਸਾਰ ਇਸ ਦੀ ਰਚਨਾ ਜਿਹੜੀ ਹੈ 1745 ਬਿਕਰਮੀ ਸਾਵਣ ਸੁਦੀ ਸਪਤਮੀ ਨੂੰ ਜਮਨਾ ਨਦੀ ਦੇ ਕੰਢੇ
ਪਾਉਂਟਾ ਸਾਹਿਬ ਵਿੱਚ ਹੋਈ ਹੈ। ਜਿਹੜੀ ਆਪਾਂ ਸਰੂਪ ਤੋਂ ਜਿਹੜੇ ਆਪਾਂ ਪਾਠ ਕਰ ਰਹੇ ਹਾਂ, ਇਸ ਵਿੱਚ ਕੁੱਲ 1492 ਛੰਦ ਹਨ ਜਿਹੜੇ ਆਪਾਂ ਹੁਣ ਪਾਠ ਕਰ ਰਹੇ ਹਾਂ। ਲਾਹੌਰ ਵਾਲਾ ਛਾਪਾ ਜਾਂ ਨਵੀਨ ਸਰੂਪ ਛਪੇ ਨੇ, ਆਪਣੇ ਮਹਿਰੋਂ ਵੀ ਛਪੇ ਨੇ, ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਛਪਾਈ ਹੋਈ ਆ, ਉਹਨਾਂ ਵਿੱਚ ਹੀ 1492 ਇਹ ਛੰਦ ਕ੍ਰਿਸ਼ਨ ਅਵਤਾਰ ਦੇ ਨੇ। ਤੋ ਇਸ ਤੋਂ ਇਲਾਵਾ ਇਸ ਦੇ ਸ਼ੁਰੂ ਵਿੱਚ ਲਿਖਿਆ ਹੈ ਕਿ 1192 ਛੰਦ ਆਪਾਂ ਪੜ੍ਹਾਂਗੇ, ਦਰਸ਼ਨ ਕਰਾਂਗੇ ਕਿ 1192 ਛੰਦਾਂ ਵਾਲਾ ਇਹ ਜਿਹੜਾ ਇਹ ਹਿੱਸਾ ਹੈ, ਇਹ ਅਨੰਦਪੁਰ ਸਾਹਿਬ ਵਿੱਚ ਲਿਖਿਆ ਗਿਆ। 1192 ਛੰਦਾ ਕਹੇ ਦਸਮਪੁਰ ਬੈਠ ਆਨੰਦ। ਸੋ ਇਤਨਾ ਜਿਹੜਾ ਹੈ 1192 ਛੰਦ ਤੱਕ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਸਾਹਿਬ ਜੀ ਨੇ ਲਿਖਣਾ ਕੀਤਾ। ਇਹਦੇ ਅੰਤ ਵਿੱਚ ਜਿਹੜੀ ਦਿੱਤੀ ਸੂਚਨਾ ਹੈ ਉਹਦੇ ਮੁਤਾਬਕ ਪਾਉਂਟਾ ਸਾਹਿਬ ਵਿੱਚ ਰਚਨਾ ਹੋਈ, ਉਹ ਅਖੀਰਲੀ ਰਚਨਾ। ਅਸਲ ਵਿੱਚ ਅਖੀਰਲਾ ਹਿੱਸਾ ਜਿਹੜਾ ਹੈ ਪਾਉਂਟਾ ਸਾਹਿਬ ਰਚਿਆ ਗਿਆ ਅਤੇ ਪਹਿਲਾ ਜਿਹੜਾ ਹਿੱਸਾ ਉਹ ਅਨੰਦਪੁਰ ਸਾਹਿਬ ਮੁਕੰਮਲ ਹੋਇਆ। ਇਹਦੇ ਆਰੰਭ ਵਿੱਚ 4 ਛੰਦਾਂ ਵਿੱਚ 24 ਅਵਤਾਰ ਪ੍ਰਸੰਗ ਵਿੱਚ ਇਸ ਦਾ ਅਵਤਾਰ ਕਥਾ ਦਾ ਕਰਮ ਨਿਸ਼ਚਿਤ ਕੀਤਾ ਗਿਆ। ਫਿਰ ਅਗਲੇ 4 ਛੰਦ ਜਿਹੜੇ ਨੇ ਉਹ ਇਹਦੇ ਵਿੱਚ ਸਾਹਿਬ ਜੀ ਨੇ ਪਰਮੇਸ਼ਰ ਦੀ ਸ਼ਕਤੀ ਦੀ ਉਸਤਤ ਕੀਤੀ ਹੈ ਅਤੇ ਵਰ ਮੰਗਣਾ ਕੀਤਾ। ਇਸ ਤੋਂ ਬਾਅਦ ਫਿਰ ਬਾਲ ਲੀਲਾ, ਰਾਸ ਮੰਡਲ, ਬ੍ਰਹਿ ਨਾਟਕ ਅਤੇ ਯੁੱਧ ਪ੍ਰਬੰਧ ਦਾ ਵਿਵਰਨ ਆਪਾਂ ਦਰਸ਼ਨ ਕਰੀ ਚੱਲਾਂਗੇ। ਉਸ ਤੋਂ ਨਾਲ ਹੀ ਫਿਰ ਵੇਖ ਲਓ ਵੀ ਇਸ ਤੋਂ ਛੋਟ ਕ੍ਰਿਸ਼ਨ ਅਵਤਾਰ ਦੇ ਚੀਰ ਹਰਨ, ਬ੍ਰਹਿ ਨਾਟਕ, ਰਾਸ ਮੰਡਲ ਆਧਾਰ ਪ੍ਰਸੰਗਾਂ ਦਾ ਕਥਾ ਸੂਤਰ ਭਾਵੇਂ ਭਾਗਵਤ ਪੁਰਾਣ ਵਿੱਚੋਂ ਹੀ ਲਏ ਗਏ ਨੇ ਸਾਰੇ ਪ੍ਰਸੰਗ, ਪਰ ਇਹ ਆਪਣੇ ਆਪ ਵਿੱਚ ਇੱਕ ਸੁਤੰਤਰ ਅਤੇ ਕਵਿਤਾ ਦੇ ਗੁਣਾਂ ਨਾਲ ਭਰਪੂਰ ਵੀ ਹਨ। ਮੈਂ ਦਰਸ਼ਨਦਾਰੇ ਕੀਤੇ ਨੇ ਸ਼੍ਰੀ ਮਦ ਭਾਗਵਤ ਪੁਰਾਣ ਦੇ ਵੀ, ਪਰ ਜਿੰਨਾ ਆਨੰਦ ਇੱਥੇ ਪੜ੍ਹਨ ਦਾ ਆਉਂਦਾ ਉੱਥੇ ਨਹੀਂ ਉਹਨਾਂ ਆ ਰਿਹਾ। ਇਹ ਜਿੱਥੇ ਇੱਕ ਨਵੀਨ ਲੇਖਣੀ ਹੈ, ਉੱਥੇ ਕ੍ਰਿਸ਼ਨ ਨੂੰ ਆਪਣੇ ਪਰੰਪਰਾਗਤ ਰੂਪ ਤੋਂ ਭਿੰਨ ਇੱਕ ਬਲਬੀਰ ਯੋਧਾ ਰੂਪ ਵਿੱਚ ਵੀ ਚਿੱਤਰਦੀ ਸਾਹਿਬ ਕਮਾਲ ਮਹਾਰਾਜ ਦੀ ਇਹ ਲੇਖਣੀ ਜਿਹੜੀ ਇਸ ਰਚਨਾ ਲਈ ਮੁੱਖ ਤੌਰ 'ਤੇ ਬਿਰਜ ਭਾਸ਼ਾ ਵਰਤੀ ਗਈ ਆ, ਪਰ ਕਿਤੇ ਕਿਤੇ ਅਰਬੀ, ਫਾਰਸੀ, ਪੰਜਾਬੀ, ਅਵਧੀ ਅਤੇ ਰਾਜਸਥਾਨੀ ਦੀ ਸ਼ਬਦਾਵਲੀ ਦੀ ਵਰਤੋਂ ਵੀ ਹੋਈ ਹੈ ਕ੍ਰਿਸ਼ਨ ਅਵਤਾਰ ਵਿੱਚ। ਇਹਦੇ ਵਿੱਚ ਅਧਿਕਤਰ ਦੀਰਘ ਛੰਦ ਵਰਤੇ ਆ, ਸਵਈਆ ਛੰਦ ਦੀ ਜਿਹੜੀ ਉਹ ਪ੍ਰਧਾਨਤਾ ਹੈ, ਪਰ ਇਸ ਵਿੱਚ ਅਲੰਕਾਰਾਂ ਦੀ ਵਰਤੋਂ ਜੰਮ ਕੇ ਹੋਈ। ਉਪਮਾ ਅਤੇ ਉਤਪ੍ਰੇਖਿਆ ਵਰਗੇ ਸਮਾਨਤਾ ਪ੍ਰਗਟ ਕਰਨ ਵਾਲੇ ਅਲੰਕਾਰ ਵਰਤੇ ਗਏ ਨੇ, ਆਪਾਂ ਦਰਸ਼ਨ ਕਰਾਂਗੇ। ਉਪਮਾਵਾਂ ਨਵੀਆਂ ਅਤੇ ਜਨ ਸਧਾਰਨ ਦੀ ਬੁੱਧੀ ਦੇ ਨੇੜੇ ਨੇੜੇ ਹਨ, ਭਾਵ ਹਰੇਕ ਸਮਝ ਸਕਦੇ ਹਨ, ਆਪਾਂ ਸਮਝੀ ਜਾਵਾਂਗੇ। ਇਹ ਸਾਹਿਬ ਕਮਾਲ ਦੀ ਇੱਕ ਕਮਾਲਮਈ ਰਚਨਾ ਹੈ, ਹਰੇਕ ਦੇ ਸਮਝਣ ਵਾਲੀ ਆ। ਆਓ ਦਰਸ਼ਨਦਾਰੇ ਕਰਦੇ ਹਾਂ। ਸੋ 254 ਅੰਗ ਦਸਮ ਮਹਾਰਾਜ ਜੀ ਦਾ ਸਾਰੇ ਕੱਢ ਲਈਏ। ਅੰਕ ਪਹਿਲਾਂ ਹੀ ਸ਼ੁਰੂ ਹੋਣਾ, ਸ਼ੁਰੂਆਤ ਹੈ। ਆਓ 254 ਅੰਗ ਪਾਠ ਕਰ ਲਈਏ। ਪਾਠੀ ਸਿੰਘ ਨੂੰ ਆਪਾਂ ਬੇਨਤੀ ਕਰਾਂਗੇ ਵੀ ਪਾਠ ਸ਼ੁਰੂ ਕੀਤਾ ਜਾਵੇ ਜੀ। ਨਾਲ ਨਾਲ ਜੇ ਲੋੜ ਪੈਣ 'ਤੇ ਉਹ ਕਿਤੇ ਫਿਰ ਬੇਨਤੀ ਕੀਤੀ ਜਾਵੇਗੀ। ਹਾਂਜੀ, ਪਾਠ ਸ਼ੁਰੂ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ। ਸ੍ਰੀ ਵਾਹਿਗੁਰੂ ਜੀ ਕੀ ਫਤਿਹ।
ਅਥ ਕ੍ਰਿਸ਼ਨਾ ਅਵਤਾਰ 21 ਸਮੂਹ ਅਵਤਾਰ ਕਥਨੰ ਚਉਪਈ। ਆਬ ਬਰਣੋ ਕ੍ਰਿਸ਼ਨਾ ਅਵਤਾਰੂ ਜੈਸ ਭਾਂਤ ਬਪ ਧਰਿਓ ਮੁਰਾਰੂ। ਪਰਮ ਪਾਪ ਤੇ ਭੂਮ ਡਰਾਨੀ ਡਗਮਗਾਤ ਬਿਦ ਤੀਰ ਸਿਧਾਨੀ। ਹਾਂ, ਪਿੱਛੇ ਆਪਾਂ ਦਰਸ਼ਨ ਕੀਤੇ ਆ, ਪਾਠ ਹੋਇਆ ਹੈ ਜੈਸ ਭਾਂਤ ਬਪ ਧਰਿਓ ਮੁਰਾਰੂ। ਧੱਦਾ ਰਾਰੇ ਦੇ ਤੇ ਹੋੜਾ ਲੱਗਾ, ਪੈਰ ਵਿੱਚ ਅੱਧਾ ਜੀਜਾ ਲੱਗਾ ਹੈ। ਪਾਠ ਅਸੀਂ ਧਰਿਓ ਜਿਵੇਂ ਸਰਵਣ ਕੀਤਾ ਹੈ ਇਸੇ ਪ੍ਰਕਾਰ ਆਪਾਂ ਦ੍ਰਿੜ ਕਰ ਲੈਣਾ। ਇਹਨੂੰ ਨੋਟ ਕਰਨਾ ਹੋਵੇ ਧੱਦਾ ਰਾਰੇ ਸਾਰੀ ਊੜੇ ਦਾ ਮੂੰਹ ਖੁੱਲ੍ਹਾ ਧਰਿਓ, ਇਸ ਪ੍ਰਕਾਰ ਇਹਦਾ ਉਚਾਰਨ ਹੋਏਗਾ। ਹਾਂਜੀ, ਜਿਸ ਪ੍ਰਕਾਰ ਆਪਾਂ ਨੇ ਸਰਵਣ ਕੀਤਾ। ਚਲੋ ਜੀ ਅੱਗੇ। ਚਉਪਈ। ਬ੍ਰਹਮਾ ਗਇਓ ਛੀਰ ਨਿਧ ਜਹਾਂ ਕਾਲ ਪੁਰਖ ਸਥਿਤ ਥੇ ਤਹਾਂ। ਕਹਿਓ ਬਿਸ਼ਨ ਕਹਿ ਨਿਕਟ ਬੁਲਾਈ। ਇੱਥੇ ਵੀ ਕਹਿਓ ਪੈਰੀ ਜੋ ਚਰਨਾਂ ਵਿੱਚ ਹਾਹੇ ਦੇ ਅੱਧਾ ਜੀਆ ਲੱਗਾ ਹੋਇਆ, ਉੱਤੇ ਹੋੜਾ ਹੈ। ਜਿਸ ਪ੍ਰਕਾਰ ਨਹੀਂ ਜੋ ਧਿਆਨ ਨਾਲ ਤਾਂ ਸੰਥਾ ਨਾ ਹੋਈ ਹੋਵੇ ਤੇ ਫਿਰ ਕਹੋ ਕਹਿ ਜਾਵਾਂਗੇ, ਪਰ ਕਹਿਓ ਜਿਵੇਂ ਆਪਾਂ ਨੇ ਪਾਠੀ ਸਿੰਘ ਤੋਂ ਸਰਵਣ ਕੀਤਾ ਇਸੇ ਪ੍ਰਕਾਰ ਦ੍ਰਿੜ ਕਰ ਲੈਣਾ। ਪਾਠ ਨੂੰ ਨੋਟ ਕਰ ਲੈਣਾ। ਕੱਕਾ ਹਾਹੇ ਸਿਆਰੀ ਊੜੇ ਦਾ ਮੂੰਹ ਖੁੱਲ੍ਹਾ ਕਹਿਓ, ਇਸ ਪ੍ਰਕਾਰ ਇਹ ਲਿਖ ਲਓ, ਨੋਟ ਕਰਨਾ ਜੀ ਨੇ। ਹਾਂ, ਚਲੋ ਜੀ। ਕਹਿਓ ਬਿਸ਼ਨ ਕਹਿ ਨਿਕਟ ਬੁਲਾਈ। ਕਿਸ਼ਨ ਅਵਤਾਰ ਧਰੋ ਤੁਮ ਜਾਈ। ਦੋਹਰਾ ਕਾਲ ਪੁਰਖ ਕੇ ਬਚਨ ਤੇ ਸੰਤਨ ਹੇਤ ਸਹਾਏ। ਮਥੁਰਾ ਮੰਡਲ ਕੇ ਬਿਖੈ ਜਨਮ ਧਰਿਓ ਹਰ ਰਾਏ। ਚੌਪਈ। ਜੇ ਜੇ ਕਿਸਨ ਚਰਿਤ੍ਰ ਦਿਖਾਏ। ਦਸਮ ਬੀਚ ਸਭ ਭਾਖ ਸੁਨਾਏ। 11 ਸਹਿਸ 92 ਛੰਦਾ। ਕਹੇ ਦਸਮ ਪੁਰ ਬੈਠ ਅਨੰਦਾ। ਅਥ ਦੇਵੀ ਜੂ ਕੀ ਉਸਤਤ ਕਥਨੰ ਸਵਈਆ। ਹੋਏ ਕਿਰਪਾ ਤੁਮਰੀ ਹਮ ਪੈ ਤੋ ਸਭੈ ਸਗਨੰ। ਗੁਣ ਹੀ ਧਰ ਹਉ ਜੀ ਧਾਰ ਵਿਚਾਰ ਤਬੈ ਬਰ ਬੁੱਧ। ਮਹਾ ਅਗਨੰ ਗੁਣ ਕੋ ਹਰ ਹਉ। ਬਿਨ ਚੰਡ ਕਿਰਪਾ ਤੁਮਰੀ ਕਬਹੂ। ਮੁਖ ਤੇ ਨਹੀਂ ਅਛਰ ਹਉ ਕਰ ਹਉ। ਤੁਮਰੋ ਕਰ ਨਾਮ ਕਦੋ ਤੁਲਹਾ। ਜਿਮ ਬਾਕ ਸਮੁੰਦਰ ਬਿਖੈ ਤਰ ਹਉ। ਦੋਹਰਾ ਰੇ ਮਨ ਭਜ ਤੂੰ ਸਾਰਦਾ। ਅਨਗਨ ਗੁਣ ਹੈ ਜਾਹੇ। ਰਚੋ ਗ੍ਰੰਥ ਇਹ ਭਾਗਵਤ ਜੋ ਵੈ ਕਿਰਪਾ ਕਰਾਹੇ। ਕਬਿਤ। ਸੰਕਟ ਹਰਨ ਸਭ ਸਿੱਧ ਕੀ ਕਰਨ। ਚੰਡ ਤਾਰਨ ਤਰਨ ਸਰਨ ਲੋਚਨ ਵਿਸਾਲ ਹੈ। ਆਦ ਜਾ ਕੇ ਆਹਮ ਹੈ ਅੰਤ ਕੋ ਨਾ ਪਾਰਾਵਾਰ। ਸਰਨਿਓ ਬਾਰਨ ਕਾਰਨ ਪ੍ਰਤਪਾਲ ਹੈ। ਆਸੁਰ ਸੰਘਾਰਨ ਅਨਕ ਦੁਖ ਜਾਰਨ। ਸੋ ਪਾਤਿਤ ਉਦਾਹਰਨ ਛਡਾਏ ਜਮ ਜਾਲ ਹੈ। ਦੇਵੀ ਬਰ ਲਾਇਕ ਸਬੁੱਧ ਹੂੰ ਕੀ ਦਾਇਕ। ਸੋ ਦੇਹ ਬਰ ਪਾਇਕ ਬਨਾਵੇ ਗ੍ਰੰਥ ਹਾਲ ਹੈ। ਸਵਈਆ। ਅਦਰ ਸੁਤਾ ਹੂੰ ਕੀ ਜੋ ਤਨੀਆ। ਮਹਿਖਾਸੁਰ ਕੀ ਮਰਦਾ ਫੁਨ ਜੋ। ਇੰਦਰ ਕੋ ਰਾਜਹ ਕੀ ਦੇਵਈਆ। ਕਰਤਾ ਬਦ ਸੁੰਭ ਨਿਸੁੰਭਹਿ ਦੋ। ਜੋ ਜਪ ਕੈ ਇਹ ਸੇਵ ਕਰੈ। ਬਰ ਕੋ ਸੋ ਲਹੈ ਮਨ ਇੱਛਤ ਸੋ। ਲੋਕ ਬਿਖੈ ਉਹ ਕੀ ਸਮਤੁਲ। ਗਰੀਬ ਨਿਵਾਜ ਨਾ ਦੂਸਰ ਕੋ। ਹਾਂਜੀ, ਇਸੇ ਜਰਾ ਕੁ ਬੇਨਤੀ ਕਰਨੀ, ਧਿਆਨ ਦੇਣਾ ਸਾਰਿਆਂ ਨੇ। ਅਦਰ ਸੁਤਾ ਹੂੰ ਜੋ ਤਨੀਆ, ਜਿਹਦਾ ਇਸ ਪ੍ਰਕਰਨ ਮੁਤਾਬਕ ਅਰਥ ਬਣਨਾ ਜਿਸ ਸ਼ਕਤੀ ਤੋਂ ਬਲ ਪਾ ਕੇ ਦੇਵੀ ਦੀ ਪੁੱਤਰੀ ਕਾਲੀ ਨੇ ਮਹਿਕਾਸੁਰ ਦੈਂਤ ਨੂੰ ਮਾਰਿਆ ਸੀ। ਜਿਸ ਪਰਮੇਸ਼ਰ ਦੀ ਸ਼ਕਤੀ ਪਾ ਕੇ ਅਦਰ ਸੁਤਾ ਹੈ ਹੂੰ ਕਿ ਜੋ ਤਨੀਆ, ਦੇਵੀ ਦੀ ਪੁੱਤਰੀ ਕਾਲੀ ਨੇ ਮਹਿਕਾਸੁਰ ਦੈਂਤ ਨੂੰ ਮਾਰਿਆ ਨੇ। ਜਿਸ ਸ਼ਕਤੀ ਤੋਂ ਜੋ ਤੈਂ ਹੀ ਦੁਰਗਾ ਸਾਜਕ ਦੈਤਾਂ ਦਾ ਨਾਸ਼ ਕਰਾਇਆ।
ਪਰ ਇਹਦਾ ਦੂਸਰਾ ਪਾਠ ਜੋ ਹੈ, ਜੇ ਆਦਿ ਸ਼ਕਤੀ ਦੀ ਗੱਲ ਹੋ ਰਹੀ ਨਾ, ਪਰਮੇਸ਼ਰ ਦੀ ਸ਼ਕਤੀ, ਉਹ ਪਾਠ ਹੈ ਅਦਰ ਸੁਤਾ ਹੂੰ ਕਿ ਜੋਤ ਨਾ ਯਾ। ਅਦਰ ਸੁਤਾ ਦੀ ਇਹ ਜੋਤ ਨਹੀਂ, ਇਹ ਕੋਈ ਗੈਬੀ ਜੋਤ ਹੈ, ਉਹ ਸ਼ਕਤੀ ਦੀ ਗੱਲ ਕਰ ਰਹੇ। ਇਹ ਵੀ ਮਹਾਂਪੁਰਸ਼ਾਂ ਕੋਲੋਂ ਆਮ ਪ੍ਰਚਲਿਤ ਪਾਠ ਤਨੀਆਂ ਵਾਲਾ ਹੀ ਹੈ, ਪਰ ਇੱਕ ਖਾਸ ਪਾਠ ਧਿਆਨ ਦੇਣ ਵਾਲੀ ਗੱਲ ਹੈ ਜੋ ਉਸੇ ਪ੍ਰਕਰਨ ਨਾਲ ਵੀ ਟੁਕਦੀ। ਅਦਰ ਸੁਤਾ ਹੂੰ ਕਿ ਜੋਤ ਨਾ ਯਾ, ਉਹ ਅਦਰ ਲਿਖੀ ਦੀ ਪੁੱਤਰੀ ਨਹੀਂ ਹੈ। ਮਹਿਕਾਸੁਰ ਕੀ ਮਰਤਾ ਫੁਣ ਜੋ ਮਹਿਕਾਸੁਰ ਨੂੰ ਮਾਰਨ ਵਾਲੀ, ਉਹ ਅਕਾਲ ਦੀ ਸ਼ਕਤੀ ਹੈ। ਇਹਦਾ ਇਹ ਭਾਵ ਆਊਗਾ, ਇਹ ਧਿਆਨ ਰੱਖਣਾ। ਅਦਰ ਸੁਤਾ ਹੂੰ ਕਿ ਜੋਤ ਨਾ ਯਾ, ਇਹ ਦੂਸਰਾ ਪਾਠ ਹੈ। ਅਰਥ ਮੈਂ ਪਹਿਲਾਂ ਬੇਨਤੀ ਕਰ ਦਿੱਤੀ। ਅਦਰ ਸੁਤਾ ਕੀ ਜੋਤ ਤਾਂ ਨਹੀਂ, ਤੇ ਫਿਰ ਹੈ ਕੀ? ਮਹਿਕਾਸੁਰ ਨੂੰ ਮਾਰਨ ਵਾਲੀ ਉਹ ਕੀ ਹੈ? ਉਹ ਅਕਾਲ ਦੀ ਜੋਤ ਹੈ, ਅਕਾਲ ਦੀ ਸ਼ਕਤੀ ਹੈ। ਉਹ ਆਦਿ ਭਵਾਨੀ ਈਸ਼ਰੀ, ਮਾਇਆ ਜਾ ਕੋ ਨਾਮ, ਉਹ ਆਪਣਾ ਰੂਪ ਧਾਰਨ ਕਰ ਲੈਂਦੀ ਪਰਮੇਸ਼ਰ ਦੇ ਹੁਕਮ ਅਨੁਸਾਰ। ਏਕਾ ਮਾਈ ਜੁਗਤ ਵਿਆਈ, ਉਹ ਹੈ ਜਿਹਦੇ ਤਿੰਨੇ ਚੇਲੇ ਹੁਕਮ ਚੱਲਦੇ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇਹ ਉਸ ਜੋਤ ਦੀ ਗੱਲ ਚੱਲ ਰਹੀ ਹੈ, ਉਹ ਸ਼ਕਤੀ ਹੈ। ਹਾਂਜੀ, ਅੱਗੇ ਦਰਸ਼ਨ ਕਰਦੇ, ਫੇਰ ਪੜ੍ਹ ਦੋ ਭਵੇਂ। ਸਵਈਆ ਅਦਰ ਸੁਤਾ ਹੂੰ ਕੀ ਜੋ ਤਨੀਆ, ਮਹਿਖਾਸੁਰ ਕੀ ਮਰਦਾ ਫੁਨ ਜੋ। ਹਾਂ, ਪ੍ਰਚਲਿਤ ਪਾਠ ਹੈ, ਪਰ ਜੋਤ ਨਾ ਯਾ, ਫਿਰ ਇਹ ਪਾਠ ਵੀ ਕਰ ਦੋ। ਅਦਰ ਸੁਤਾ ਕੀ ਹੂੰ ਕੀ ਜੋਤ ਨਾ ਯਾ। ਅਦਰ ਸੁਤਾ ਹੂੰ ਕੀ ਜੋਤ ਨਾ ਯਾ, ਮਹਿਖਾਸੁਰ ਕੀ ਮਰਦਾ ਫੁਨ ਜੋ। ਇੰਦਰ ਕੋ ਰਾਜਹ ਕੀ ਦਿਵਈਆ, ਕਰਤਾ ਬਦ ਸੁੰਬਨ ਸੁੰਬਹਿ ਦੋ। ਜੋ ਜਪ ਕੈ ਇਹ ਸੇਵ ਕਰੈ, ਬਰ ਕੋ ਸੋ ਲਹੈ ਮਨ ਇੱਛਤ ਸੋ। ਲੋਕ ਬਿਖੈ ਉਹ ਕੀ ਸਮਤੁਲ, ਗਰੀਬ ਨਿਵਾਜ ਨ ਦੂਸਰ ਕੋ। ਦੇਖੋ, ਜੇ ਲਫ਼ਜੀ ਅਰਥ ਲਿਆ ਜਾਵੇ ਤਾਂ ਰਘੁਨਾਥ ਰਾਮਚੰਦਰ ਬਣਦਾ ਹੈ, ਪਰ ਇੱਥੇ ਰਘੁਨਾਥ ਇੰਦਰੀਆਂ ਦਾ ਪ੍ਰੇਰਕ ਪਰਮ ਸ਼ਕਤੀ ਮੰਨਣਾ ਹੈ। ਜਿਵੇਂ ਗੁਰ ਕੀ ਸਾਖੀ ਰਾਖੈ ਚੀਤ, ਮਨ ਤਨ ਅਰਪੈ ਕ੍ਰਿਸ਼ਨ ਪ੍ਰੀਤ, ਉਸ ਬਾਣੀ ਦੇ ਨਾਲ ਨਾਲ ਆਦਿ ਬਾਣੀ ਦੇ ਨਾਲ ਅੰਤਰੀ ਭਾਵ ਲੈਣਾ ਹੈ। ਚਲੋ ਅੱਗੇ ਨਾਲ ਬੇਨਤੀ ਕਰਦੇ ਜਾਵਾਂਗੇ। ਹਾਂਜੀ। ਇਤ ਸ੍ਰੀ ਦੇਵੀ ਜੂ ਕੀ ਉਸਤਤ ਸਮਾਪਤ, ਅਥ ਪ੍ਰਿਥਵੀ ਬ੍ਰਹਮਾ ਪਹਿ ਪੁਕਾਰਤ ਭਈ। ਸਵਈਆ ਦੈਤਨ ਕੇ ਭਰਤੇ ਡਰਤੇ, ਜੋ ਭਈ ਪ੍ਰਿਥਵੀ ਬਹੁ ਭਾਰ ਹੈ ਭਾਰੀ। ਗਾਏ ਕੋ ਰੂਪ ਤਬੈ ਧਰ ਕੈ, ਬ੍ਰਹਮਾ ਰਿਖ ਪੈ ਚਲ ਜਾਏ ਪੁਕਾਰੀ। ਬ੍ਰਹਮ ਕਹਿਓ ਤੁਮ ਹੂੰ ਹਮ ਹੂੰ ਮਿਲ, ਜਾਹਿ ਤਹਾਂ ਜਹ ਹੈ ਬ੍ਰਤ ਧਾਰੀ। ਜਾਏ ਕਰੈ ਬਿਨਤੀ ਤਿਹ ਕੀ, ਰਘੁਨਾਥ ਸੁਨੋ ਇਹ ਬਾਤ ਹਮਾਰੀ। ਸਵਈਆ ਬ੍ਰਹਮ ਕੋ ਅਗਰ ਸਭੈ ਧਰ ਕੈ, ਸੋ ਤਹਾਂ ਕੋ ਚਲੈ ਤਨ ਕੇ ਤਨੀਆ। ਦਬ ਜਾਏ ਪੁਕਾਰ ਕਰੀ ਤਿਹ ਸਾਮੋਹਿ, ਰੋਵਤ ਤਾ ਮੁਨ ਜਉ ਹਨੀਆ। ਤਾ ਸ਼ਬ ਕੀ ਅਤ ਹੀ ਉਪਮਾ, ਕਬਨੇ ਮਨ ਭੀਤਰ ਯਉ ਗਨੀਆ। ਜਿਮ ਲੂਟੇ ਤੇ ਅਗਰਜ ਚੌਧਰੀ ਕੈ, ਕੁਟਵਾਰ ਪੈ ਕੂਕਤ ਹੈ ਬਨੀਆ। ਲੈ ਬ੍ਰਹਮਾ ਸੁਰ ਸੈਨ ਸਭੈ, ਤਹ ਦੌਰ ਗਏ ਜਹ ਸਾਗਰ ਭਾਰੀ। ਗਾਏ ਪ੍ਰਨਾਮ ਕਰੋ ਤਿਨ ਕੋ, ਆਪਣੇ ਲਖ ਬਾਰਨ ਬਾਰ ਪਖਾਰੀ। ਪਾਏ ਪਰੇ ਚਤੁਰਾਨਨ ਤਾਹਿ ਕੇ, ਦੇਖ ਬਿਵਾਨ ਤਹਾ ਬ੍ਰਤ ਧਾਰੀ। ਬ੍ਰਹਮ ਕਹਿਓ ਬ੍ਰਹਮਾ ਕਹੁ ਜਾਹੋ, ਅਵਤਾਰ ਲੈ ਮੈਂ ਜਰ ਦੈਤਨ ਮਾਰੀ।
सवैया श्रवणन मैं सुन ब्रह्म की बात, सबै मन देवन के हर खाने, कै कै प्रणाम चले ग्रह आपने, लोक सबै अपने कर माने। ता सब को जस उच्च महा, कब ने अपने मन में पहचाने, गोदन भांत गयो सब लोक, मनो सुर जाए बहूर कै आने। ब्रह्म बाच दोहरा, फिर हर एह आज्ञा दई, देवन सकल बुलाए, जाए रूप तुम हूँ तरो, हूँ तर हो आए। ਅੱਗੋਂ ਆਕਾਸ਼ ਬਾਣੀ ਹੀ ਹੋਈ ਆ। ਆਪਾਂ ਪਹਿਲਾਂ ਪ੍ਰਕਰਨ ਸਾਰਾ ਸਮਝ ਲਿਆ ਹੋਵੇਗਾ ਸਾਰਿਆਂ ਨੇ। ਬਈ ਧਰਤੀ ਨੇ ਗਊ ਦਾ ਰੂਪ ਧਾਰਨ ਕੀਤਾ, ਬ੍ਰਹਮਾ ਕੋਲ ਗਈ ਵੀ ਮੈਂ ਪਾਪਾਂ ਨਾਲ ਭਰ ਗਈ ਹਾਂ, ਅਤੇ ਬ੍ਰਹਮਾ ਜੀ ਨੇ ਅੱਗੇ ਫਿਰ ਜਾ ਕੇ ਹੋਰ ਦੇਵਤੇ ਨਾਲ ਲਏ ਨੇ। ਅੱਗੇ ਅਕਾਲ ਪੁਰਖ ਜੀ ਦੇ ਸਨਮੁਖ ਅਰਦਾਸ ਕੀਤੀ, ਬੇਨਤੀ ਕੀਤੀ, ਅਤੇ ਅੱਗੋਂ ਅਕਾਲ ਪੁਰਖ ਜੀ ਵੱਲੋਂ ਫਿਰ ਬਾਚ ਹੋਇਆ, ਬ੍ਰਹਮ ਬਾਚ। ਫਿਰ ਹਰ ਇਹ ਆਗਿਆ ਦਈ, ਦੇਵਨ ਸਕਲ ਬੁਲਾਏ, ਸਾਰੇ ਦੇਵਤਿਆਂ ਨੂੰ, ਜਾਏ ਰੂਪ ਤੁਮ ਹੂੰ ਧਰੋ, ਹੂੰ ਧਰ ਹੂੰ ਆਏ। ਤੁਸੀਂ ਚੱਲ ਕੇ ਰੂਪ ਧਾਰਨ ਕਰੋ ਅਤੇ ਮੈਂ ਵੀ ਧਾਰਨ ਕਰਾਂਗਾ, ਮੈਂ ਆ ਰਿਹਾ ਹਾਂ। ਤੋ ਇਹ ਜਿਹੜੇ ਬਚਨ ਧਿਆਨ ਮੰਗਦੇ ਨੇ ਵੀ ਉਸ ਰੂਪ ਜਿਹੜਾ ਪਹਿਲਾਂ ਮੰਗਲਾਚਰਨ ਕੀਤਾ ਨਾ ਆਪਾਂ, ਸਤਜੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ, ਉਧਰ ਧਿਆਨ ਲੈ ਕੇ ਆਈਏ। ਤ੍ਰੇਤਾ ਤੈ ਮਾਣਿਓ ਰਾਮ ਰਘੁਵੰਸ਼ ਕਹਾਇਓ, ਪਰਮੇਸ਼ਰ ਨੇ ਕਹਾਇਆ ਨਾ ਸਭ ਕੁਛ। ਦੁਆਪਰ ਕ੍ਰਿਸ਼ਨ ਮੁਰਾਰ, ਉਹ ਪਰਮੇਸ਼ਰ ਹੀ ਆ ਰਹੇ ਨਾ। ਦੇਵਤਿਆਂ ਨੂੰ ਕਿਹਾ ਵੀ ਚਲੋ ਤੁਸੀਂ, ਅਸੀਂ ਆ ਰਹੇ ਹਾਂ। ਪਰਮੇਸ਼ਰ ਜੀ ਆਗਿਆ ਦੇ ਰਹੇ ਨੇ, ਤੇ ਫਿਰ ਆਪੇ ਗੋਪੀ ਆਪੇ ਕਰਨਾ, ਪਰਮੇਸ਼ਰ ਹੀ ਹੈ ਨਾ ਉਹ। ਅਸੀਂ ਕਿੰਤੂ ਪਰੰਤੂ ਕਰਨ ਵਾਲੇ ਧਿਆਨ ਦਿਆ ਕਰੀਏ, ਕਿਤੇ ਆਪਣੀ ਜ਼ਿੰਦਗੀ ਵਿਅਰਥੀ ਨਾ ਗਵਾ ਲਈਏ ਸਵਾਲਾਂ ਪ੍ਰਸ਼ਨਾਂ ਦੇ ਵਿੱਚ ਹੀ। ਤੋ ਸ਼ਰਧਾ ਨਾਲ ਵਿਚਾਰੀਏ, ਫਿਰ ਮਨ ਦੇ ਜਿਹੜੇ ਭੁਲੇਖੇ ਆਪੇ ਦੂਰ ਹੋ ਜਾਣਗੇ। ਇਹ ਪਰਮੇਸ਼ਰੀ ਰੂਪ ਨੇ ਸੇ। ਫਿਰ ਕਲਯੁਗ ਤਾਂ ਫਿਰ ਗੁਰੂ ਨਾਨਕ ਕਹਾਇਆ ਨਾ, ਸਾਰਾ ਉਹੀ ਸਰੂਪ ਹੈ। ਤੋ ਸ਼ਕਤੀ ਜਿਹੜੀ ਵੰਡਮੀ ਹੈ, ਕਿਤੇ 14 ਕਲਾ ਸੀ, ਕਦੇ 16, ਅਤੇ ਕਦੇ ਹੈਗਾ ਵੀ ਅਨਕ ਕਲਾ ਹੋਈ ਠਾਕੁਰ ਚੜ੍ਹਿਆ। ਇਹ ਆਪਾਂ ਧਿਆਨ ਦੇਣਾ। ਐਂ ਨਹੀਂ ਵੀ ਛੋਟੇ ਅਵਤਾਰਾਂ ਦਾ ਅਸੀਂ ਅਪਮਾਨ ਕਰ ਦਈਏ। ਜੇ ਛੋਟੇ ਦਾ ਅਵਤਾਰ ਦਾ ਅਪਮਾਨ ਵੀ ਕਰ ਦੇਵਾਂਗੇ, ਛੋਟੀ ਕਲਾ ਦਾ, ਅਤੇ ਜਿਹੜੀ ਵੱਡੀ ਕਲਾ ਸਾਡਾ ਕੋਈ ਫਿਰ ਉਹਦਾ ਸਨਮਾਨ ਕੀਤਾ ਵੀ ਕੋਈ ਅੱਛਾ ਨਹੀਂ ਹੋਏਗਾ। ਅਤੇ ਇਹ ਨਾਲ ਜਿਵੇਂ ਆਹ ਵਿਚਾਰ ਆਈ ਆ, ਬਾਣੀ ਆਈ ਆ, ਤੁਸੀਂ ਚੱਲ ਕੇ ਰੂਪ ਧਾਰਨ ਕਰੋ, ਅਸੀਂ ਵੀ ਆਉਣੇ। ਇਸੇ ਪ੍ਰਕਾਰ ਹੀ ਮਹਾਂਪੁਰਸ਼ ਦੱਸਦੇ ਨੇ ਵੀ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹੇਮਕੁੰਟ ਸਾਹਿਬ ਤੋਂ ਜਦੋਂ ਅਕਾਲ ਦੀ ਆਗਿਆ ਅਨੁਸਾਰ ਪਟਨਾ ਸਾਹਿਬ ਦੀ ਧਰਤੀ 'ਤੇ ਭਾਗ ਲਾਉਣੇ ਸਨ, ਅਵਤਾਰ ਧਾਰਨਾ ਸੀ, ਜਿਹੜੇ ਨਾਲ ਦੇ ਰਿਸ਼ੀ ਮੁਨੀ ਸਾਰਿਆਂ ਨੂੰ ਕਿਹਾ ਵੀ ਚਲੋ, ਤੁਸੀਂ ਵੀ ਚਲੋ ਜਨਮ ਧਾਰਨ ਕਰੋ, ਅਸੀਂ ਵੀ ਆ ਰਹੇ। ਅਤੇ ਜਿਹੜੇ ਨਾਲ ਦੀਆਂ ਫੌਜਾਂ ਸਨ ਨਾ, ਸਾਰੇ ਚਾਰੇ ਸਾਹਿਬਜ਼ਾਦੇ ਅਤੇ ਹੋਰ ਮਹਾਨ ਸ਼ਹੀਦ ਸਿੰਘ ਜੋ ਸਤਿਗੁਰਾਂ ਦੇ ਨਾਲ, ਉਹ ਹੇਮਕੁੰਟ ਦੇ ਸਾਰੇ ਹੀ ਤਪਸਵੀ ਸਨ, ਸਾਰਾ ਹੀ ਉਹ ਰਿਸ਼ੀ ਮੰਡਲ ਸੀ। ਹਾਂਜੀ, ਆਓ ਅੱਗੇ ਕੇ ਦਰਸ਼ਨਦਾਰੇ ਕਰੀਦੇ ਹਾਂ। ਦੋਹਰਾ, ਫਿਰ ਹਰ ਇਹ ਆਗਿਆ ਦਈ, ਦੇਵਨ ਸਕਲ ਬੁਲਾਏ, ਜਾਏ ਰੂਪ ਤੁਮ ਹੂੰ ਧਰੋ, ਹੂੰ ਧਰ ਹੋ ਆਏ। ਬਾਤ ਸੁਣੀ ਜਬ ਦੇਵਤਨ, ਕੋਟ ਪ੍ਰਣਾਮ ਜੋ ਕੀਨ, ਆਪ ਸਮੇਤ ਸੋ ਧਾਮੀਐ, ਲੀਨੇ ਰੂਪ ਨਵੀਨ। ਦੋਹਰਾ, ਰੂਪ ਧਰੇ ਸਭ ਸੁਰ ਨਯੋ, ਭੂਮ ਮਾਹ ਇਹ ਪਾਏ, ਅਬ ਲੀਲਾ ਦੇਵਕੀ ਕੀ, ਮੁਖ ਤੇ ਕਹੋ ਸੁਨਾਏ। ਇਤ ਸ੍ਰੀ ਬਿਸ਼ਨ ਅਵਤਾਰ ਹਵੈਬੋ ਵਰਣਨੰ, ਅਥ ਦੇਵਕੀ ਕੋ ਜਨਮ ਕਥਨੰ। ਦੋਹਰਾ,
ਉਗਰ ਸੈਨ ਕੀ ਕੰਨ ਕਾ ਨਾਮ ਦੇਵ ਕੀ ਤਾਸ ਸੋਮਵਾਰ ਦਿਨ ਜਠਰ ਤੇ ਕੀਨੋ ਤਾਹੇ ਪ੍ਰਕਾਸ਼ ਇਤ ਦੇਵਕੀ ਕੋ ਜਨਮ ਵਰਨਨੰ ਪ੍ਰਥਮ ਧਿਆਇ ਸਮਾਪਤ ਮਸਤ ਅਥ ਦੇਵਕੀ ਕੋ ਬਰ ਢੂੰਡਬੋ ਕਥਨੰ ਦੂਹਰਾ ਜਬੈ ਭਈ ਵਹਿ ਕਨਿਕਾ ਸੁੰਦਰ ਬਰ ਕੇ ਜੋਗ ਰਾਜ ਕਹੀ ਬਰ ਕੇ ਨਿਮਿਤ ਢੂੰਡੋ ਆਪਣਾ ਲੋਗ ਦੋਹਰਾ ਦੂਤ ਪਠਿਓ ਤਿਨ ਜਾਏ ਕੈ ਨਿਰਖਿਓ ਹੈ ਬਸ ਦੇਵ ਮਦਨ ਬਦਨ ਸੁਖ ਕੋ ਸਦਨ ਲਖੈ ਤਤ ਕੋ ਭੇਵ ਲਖੈ ਤਤ ਕੋ ਲਖੈ ਨਹੀਂ ਕਹਿਣਾ ਲਖੈ ਜਾਣ ਜਾਵੇਗਾ। ਮਦਨ ਬਦਨ ਸੁਖ ਕੋ ਸਦਨ ਲਖੈ ਤਤ ਕੋ ਭੇਵ ਕਬਿਤ ਦੀਨੋ ਹੈ ਤਿਲਕ ਜਾਏ ਭਾਲ ਬਸ ਦੇਵ ਜੂ ਕੇ ਡਾਰਿਓ ਨਾਰੀ ਏਰ ਗੋਦ ਮਾਹਿ ਦੈ ਅਸੀਸ ਕੋ ਦੀਨੀ ਹੈ ਬੜਾਈ ਪੈ ਮਿਠਾਈ ਹੂੰ ਤੇ ਮੀਠੀ ਸਭ ਜਨ ਮਨ ਭਾਈ ਔਰ ਈਸਨ ਕੇ ਈਸ ਕੋ। ਜਿਵੇਂ ਵਿਸਰਾਮ ਲੱਗਾ ਆਪਾਂ ਨੇ ਸਰਵਣ ਕੀਤਾ ਹੈ ਦੀਨੀ ਹੈ ਵਡਾਈ ਪੈ ਮਿਠਾਈ ਹੂੰ ਤੇ ਮੀਠੀ ਜਿਹੜੀ ਵਡਿਆਈ ਦਿੱਤੀ ਆ ਮਠਿਆਈ ਤੋਂ ਵੀ ਮਿੱਠੀ ਆ ਸਭ ਜਨ ਮਨ ਭਾਈ ਸਾਰੇ ਉੱਥੋਂ ਦੇ ਜਿਹੜੇ ਜਨ ਸੀ ਲੋਕਾਂ ਨੂੰ ਭਾਉਂਦੀ ਸੀ ਤੇ ਮਿੱਠੀ ਸਭ ਨਹੀਂ ਕਰਨਾ ਜਿਵੇਂ ਵਿਸਰਾਮ ਆਪਾਂ ਨੇ ਸਰਵਣ ਕੀਤਾ ਦ੍ਰਿੜ ਕਰਨਾ ਮਿੱਠੀ ਤੇ ਵਿਸਰਾਮ ਸਭ ਜਨ ਮਨ ਭਾਈ ਔਰ ਈਸਨ ਕੇ ਈਸ ਕਾ। ਹਾਂ ਜੀ ਚਲੋ। ਮਨ ਜੋ ਪੈ ਆਈ ਸੋ ਤੋ ਕਹਿ ਕੈ ਸੁਨਾਈ ਤਾਂ ਕਿ ਸੋਭਾ ਸਭ ਭਾਈ ਮਨ ਮਦ ਕਰਨੀ ਸਕੋ ਸਾਰੇ ਜਗ ਗਾਈ ਜਿਨ ਸੋਭਾ ਜਾ ਕੀ ਗਾਈ ਸੋ ਤੋ ਏਕ ਲੋਗ ਕਹਾ ਲੋਗ ਭੇਦੇ 20-30 ਕਉ ਦੋਹਰਾ ਕੰਸ ਬਾਸ ਦੇਵੈ ਤਬੈ ਜੋਰਿਓ ਵਿਆਹ ਸਮਾਜ ਪ੍ਰਸੰਨ ਭਏ ਸਭ ਧਰਨ ਮੈਂ ਬਾਜਨ ਲਾਗੇ ਬਾਜ ਜਿਹੜਾ ਜੀਜਾ ਉਹਦੀ ਆਵਾਜ਼ ਆਉਣੀ ਚਾਹੀਦੀ ਪ੍ਰਸੰਨ ਭਏ ਸਭ ਧਰਨ ਮੈਂ ਪ੍ਰਸੰਨ ਭਏ ਸਭ ਧਰਨ ਮੈਂ ਬਾਜਨ ਲਾਗੇ ਬਾਜ ਅਥ ਦੇਵਕੀ ਕੋ ਵਿਆਹ ਕਥਨੰ ਸਵਈਆ ਆਸਨ ਤੇ ਜਨ ਕੋ ਧਰ ਕੈ ਤਰ ਤਾ ਕੋ ਨਵਾਏ ਲੈ ਜਾਏ ਬੈਠਾਇਓ ਕੁੰਕਮ ਕੋ ਘਸ ਕੈ ਕਰ ਪ੍ਰੋਹਤ ਬੇਦਨ ਕੀ ਧੁਨ ਸੋ ਤਿਹ ਲਾਇਓ ਡਾਰਤ ਫੂਲ ਪੰਚਾਮ੍ਰਿਤ ਅਛਤ ਮੰਗ ਇੱਥੇ ਟਿੱਪੀ ਨਹੀਂ ਲੱਗੀ ਪੰਚਾਮ੍ਰਿਤ ਲੱਗੀ ਤੁਹਾਡੇ ਕੋਲ ਨਹੀਂ ਪੰਚਾਮ੍ਰਿਤ ਹੀ ਕਹ ਦੋ ਪੰਚਾਮ੍ਰਿਤ ਹੈ ਪੰਚਾਮ੍ਰਿਤ ਤੋਂ ਵੀ 5 ਚੀਜ਼ਾਂ ਤੋਂ ਮਿਲ ਕੇ ਜੋ ਹੁੰਦਾ ਹੈ ਕੜਾਹ ਪ੍ਰਸਾਦ ਉਹ ਜਿਹੜੀ ਲਾਈ ਆ ਉਹ ਉਹਨਾਂ ਨੇ ਆਪਣੇ ਕੋਲੋਂ ਲਾਤੀ ਪਰ ਜਿਹੜੇ ਪੁਰਾਤਨ ਸਰੂਪ ਉਹਨਾਂ 'ਚ ਇੱਥੇ ਟਿੱਪੀ ਨਹੀਂ ਪੰਚਾਮ੍ਰਿਤ ਲਾ ਦੀ ਇਹ 5 ਚੀਜ਼ਾਂ ਘਿਓ ਆਟਾ ਖੰਡ ਪਾਣੀ ਅੱਗ ਇਹ ਪੰਚਾਮ੍ਰਿਤ। ਹਾਂਜੀ। ਡਾਰਤ ਫੂਲ ਪਚਾਮ੍ਰਿਤ ਅਛਤ ਮੰਗਲਚਾਰ ਭਇਓ ਮਨ ਭਾਇਓ ਪਾਟ ਕਲਾਵਤ ਔਰ ਗੁਨੀ ਸਭ ਲੈ ਬਖਸ਼ੀਸ ਮਹਾ ਜਸ ਗਾਇਓ ਦੋਹਰਾ ਰੀਤ ਬਰਾਤਨ ਦੁਲਹਿ ਕੀ ਬਾਸਦੇਵ ਸਭ ਗੀਨ ਤਬੈ ਕਾਜ ਚਲ ਬੇਨਮਿਤ ਮਥਰਾ ਮੈਂ ਮਨ ਦੀਨ ਬਾਸਦੇਵ ਕੋ ਆਗਮਨ ਉਗਰ ਸੈਨ ਸੁਨ ਲੀਨ ਚਮੂ ਸਭੈ ਚਤੁਰੰਗਨੀ ਭੇਜ ਅਗਮਨ ਦੀਨ। ਇਹ ਜੀ ਜੋ ਉਗਰ ਸੈਨ ਆ ਮਥੁਰਾ ਦਾ ਰਾਜਾ ਸੀ ਸ਼੍ਰੀ ਕ੍ਰਿਸ਼ਨ ਜੀ ਦਾ ਨਾਨਾ ਅਤੇ ਕੰਸ ਦਾ ਪਿਤਾ ਸੀ ਪਰ ਕੰਸ ਆਪਣੇ ਪਿਤਾ ਉਗਰ ਸੈਨ ਨੂੰ ਪਿੱਛੇ ਹਟਾ ਕੇ ਗੱਦੀ ਤੇ ਆਪ ਬਹਿ ਗਿਆ ਸੀ। ਹਾਂਜੀ ਉਗਰ ਸੈਨ ਉਹਦਾ ਪਿਓ। ਚਲੋ ਫਿਰ ਪੜ੍ਹਦਾ। ਬਾਸਦੇਵ ਕੋ ਆਗਮਨ ਉਗਰ ਸੈਨ ਸੁਨ ਲੀਨ ਚਮੂ ਸਭੈ ਚਤੁਰੰਗਨੀ ਭੇਜ ਅਗਮਨ ਦੀਨ
ਸਵਈਆ ਆਪਸ ਮੈਂ ਮਿਲ ਬੇ ਹਿਤ ਕਉ ਦਲ ਸਾਜ ਚੱਲੈ ਤੁਜਨੀ ਪਤ ਐਸੇ ਲਾਲ ਕਰੇ ਪਟ ਪੈ ਡਰ ਕੇਸਰ ਰੰਗ ਭਰੇ ਪ੍ਰਤਨਾ ਪਤ ਕੈਸੇ ਰੰਚਕ ਤਾ ਸ਼ਬ ਢੂੰਡ ਲਈ ਕਵਨੇ ਮਨ ਕੇ ਪੁਨ ਭੀਤਰ ਮੈਂ ਸੇ ਦੇਖਨ ਕੌਤਕ ਵਿਆਹ ਹੈ ਕੋ ਨਿਕਸੇ ਇਹ ਕੁੰਕਮ ਆਨੰਦ ਜੈਸੇ ਦੋਹਰਾ ਕੰਸ ਅਵਰ ਬਸ ਦੇਵ ਜੂ ਆਪਸ ਮੈਂ ਮਿਲ ਅੰਗ ਤਬੈ ਬਹੁਰ ਦੇਵਨ ਲੱਗੈ ਗਾਰੀ ਰੰਗਾ ਰੰਗ ਸੋਰਠਾ ਦੁੰਦਬ ਤਬੈ ਬਜਾਏ ਆਏ ਜੋ ਮਥੁਰਾ ਨਿਕਟ ਤਾਂ ਸਭ ਕੋ ਨਿਰਖਾਏ ਹਰਖ ਭਇਓ ਹਰ ਖਾਏ ਕੈ ਸਵਈਆ ਆਵਤ ਕਉ ਸੁਨ ਕੈ ਬਸਦੇਵ ਹੈ ਰੂਪ ਸਜੇ ਆਪਣੇ ਤਨ ਨਾਰੀ ਗਾਵਤ ਗੀਤ ਬਜਾਵਤ ਤਾਲ ਦਿਵਾਵਤ ਆਵਤ ਨਾਗਰ ਗਾਰੀ ਕੋਠਨ ਪੈ ਨਿਰਖੈ ਚੜ ਤਾਸਨ ਤਾ ਸ਼ਬ ਕੀ ਉਪਮਾ ਜੀ ਧਾਰੀ ਬੈਠ ਬਿਵਾਨ ਕੁਟੰਬ ਸਮੇਤ ਸੋ ਦੇਖਤ ਦੇਵਨ ਕੀ ਮਹਤਾਰੀ ਕਬਿਤ ਬਾਸਦੇਵ ਆਇਓ ਰਾਜਾ ਮੰਡਲ ਬਨਾਇਓ ਮਨ ਮਹਾ ਸੁਖ ਪਾਇਓ ਤਾਕੂ ਆਨਨ ਨਿਰਖ ਕੈ ਸੁਗੰਧ ਲਗਾਇਓ ਰਾਗ ਗਾਏ ਨਨ ਗਾਇਓ ਤਸੈ ਬਹੁਤ ਦਿਵਾਇਓ ਬਰ ਲਿਆਇਓ ਜੋ ਪਰਖ ਕੈ ਵਿਸਰਾਮ ਲਾ ਕੇ ਹੌਲੀ ਪੜੋ, ਕੋਈ ਗੱਲ ਨਹੀਂ। ਛਾਤੀ ਹਾਥ ਲਾਇਓ ਸੀਸ ਨਿਆਇਓ ਉਗਰ ਸੈਨ ਤਬੈ ਆਦਰ ਪਠਾਇਓ ਪੂਜ ਮਨ ਮੈਂ ਹਰਖ ਕੈ ਭਇਓ ਜਨ ਮੰਗਨ ਨਾ ਭੂਮ ਪਰ ਬਾਦਰ ਸੋ ਰਾਜਾ ਉਗਰ ਸੈਨ ਗਇਓ ਕੰਚਨ ਬਰਖ ਕੈ ਭਇਓ ਜਨ ਮੰਗਣਨ ਭੂਮ ਪਰ ਬਾਦਰ ਸੋ। ਤੁਹਾਡੇ ਕੋਲ ਕੀ ਹੈ? ਮੰਗਣ ਨਹੀਂ ਆਪਣੇ ਲੈਦਾ ਭਇਓ ਜਨ ਮੰਗਣ ਨਾ ਭੂਮ ਪਰ ਬਾਦਰ ਸੋ। ਇਹ ਵੀ ਮੰਗਣ ਵਾਲੇ ਬਹੁਤ ਆ ਗਏ ਤੇ ਜਾਂ ਫਿਰ ਮੰਗਤਾ ਕੋਈ ਰਿਹਾ ਹੀ ਨਹੀਂ। ਦੋਵੇਂ ਪਾਠ ਪਰ ਚੱਲਦਾ ਹੈ। ਇਹ ਮੰਗਣ ਵਾਲੇ ਫਿਰ ਰਹੇ ਹੀ ਨਹੀਂ ਕੋਈ। ਭਇਓ ਜਨ ਮੰਗਣ ਨਾ ਭੂਮ ਪਰ ਐਸਾ ਇਹਨਾਂ ਧਨ ਦੀ ਵਰਖਾ ਕੀਤੀ ਬੱਦਲ ਵਾਂਗ, ਜਿਵੇਂ ਬੱਦਲ ਵਰਖਦਾ ਨਾ ਮੀਂਹ ਪੈਂਦਾ ਹੁਣ ਪੈ ਰਿਹਾ। ਰਾਜਾ ਉਗਰ ਸੈਨ ਨੇ ਐ ਮਤਲਬ ਧਨ ਵਰਖਿਆ। ਭਇਓ ਜਨ ਮੰਗਣ ਨਾ ਭੂਮ ਪਰ ਮੁੜ ਕੇ ਕੋਈ ਰਾਜਾ ਉਹ ਇੰਨੇ ਇੱਥੇ ਉਹਨਾਂ ਨੂੰ ਪ੍ਰਾਪਤੀ ਹੋਈ ਕੰਗਾਲ ਲੋਕਾਂ ਨੂੰ, ਗਰੀਬਾਂ ਨੂੰ ਕੋਈ ਮੰਗਤਾ ਹੀ ਨਾ ਰਿਹਾ। ਸਾਰੇ ਮੰਗਤਾਂ ਦੀ ਤ੍ਰਿਪਤੀ ਹੋ ਗਈ। ਹਾਂਜੀ, ਭਇਓ ਜਨ ਮੰਗਣ ਵੀ ਪਾਠ ਹੁੰਦਾ, ਪਰ ਪਹਿਲਾ ਪਾਠ ਭਇਓ ਜਨ ਮੰਗਣ ਨਾ ਭੂਮ ਪਰ ਬਾਦਰ ਸੋ ਰਾਜਾ ਉਗਰ ਸੈਨ ਗਇਓ ਕੰਚਨ ਬਰਖ। ਬੱਦਲ ਵਾਂਗੂ ਰਾਜਾ ਉਗਰ ਸੈਨ ਨੇ ਉੱਥੇ ਸੋਨੇ ਦੀ ਵਰਖਾ ਕੀਤੀ, ਕੰਚਨ ਬਰਖ ਹੈ। ਭਇਓ ਜਨ ਮੰਗਨ ਨਾ ਭੂਮ ਪਰ ਬਾਦਰ ਸੋ ਰਾਜਾ ਉਗਰ ਸੈਨ ਗਇਓ ਕੰਚਨ ਬਰਖ ਕੈ ਦੋਹਰਾ ਉਗਰ ਸੈਨ ਤਬ ਕੰਸ ਕੋ ਲਿਓ ਹਜੂਰ ਬੁਲਾਏ ਕਹਿਓ ਸਾਥ ਤੁਮ ਜਾਏ ਕੈ ਦੇਹੋ ਭੰਡਾਰ ਖੁਲਾਏ ਔਰ ਸਮਗਰੀ ਅੰਨ ਕੀ ਲੈ ਜਾ। ਅੰਨ ਇਹਦੀ ਆਵਾਜ਼ ਹੁਣ ਅੰਨਾ ਕੀ, ਜਿਵੇਂ ਅੱਗੇ ਪ੍ਰਸੰਨਾ ਆਇਆ ਇਹ ਦੀ ਆਵਾਜ਼ ਹੁਣ ਔਰ ਸਮਗਰੀ ਅੰਨ ਕੀ ਲੈ ਜਾ ਤਾਕੇ ਪਾਸ ਕਰ ਪ੍ਰਣਾਮ ਤਾਕੂ ਤਬੈ ਇਉ ਕਰਿਓ ਅਰਦਾਸ ਕਾਲ ਰਾਤਰ ਕੋ ਵਿਆਹ ਹੈ। ਕਾਲ ਨਹੀਂ, ਕਾਲ ਰਾਤਰ, ਕੱਲ ਨੂੰ। ਠੀਕ, ਕਾਲ ਰਾਤਰ ਕੋ ਵਿਆਹ ਹੈ। ਕੱਲ ਨੂੰ ਰਾਤ ਨੂੰ ਵਿਆਹ ਹੈ ਭਾਈ। ਹਾਂ, ਕਾਲ ਰਾਤ ਨਹੀਂ ਕਹਿਣਾ। ਹਾਂ, ਕਾਲ ਕੱਲ ਨੂੰ ਰਾਤ ਸਮੇਂ ਫੇਰੇ ਹੋਣਗੇ। ਕਾਲ ਰਾਤਰ ਕੋ ਵਿਆਹ ਹੈ ਕੰਸ ਹੈ ਕਹੀ ਸੁਨਾਏ ਬਾਸਦੇਵ ਪ੍ਰੋਹਤ ਕਹੀ ਭਲੀ ਜੋ ਤੁਮੈ ਸੁਹਾਏ ਕੰਸ ਕਹਿਓ ਕਰ ਜੋਰ ਤਬ ਸਭੈ ਬਾਤ ਕੋ ਭੇਵ ਸਾਧ ਸਾਧ ਪੰਡਤ ਕਹਿਓ ਅਸਮਾਨੀ ਬਸਦੇਵ ਸਵਈਆ ਰਾਤ ਬਤੀਤ ਭਈ ਅਰ ਪ੍ਰਾਤ ਭਈ ਫਿਰ ਰਾਤ ਤਬੈ ਚੜ ਆਏ। ਕਿਵੇਂ ਠੀਕ ਬਸਰਾਮ ਵੀ ਰਾਤ ਬਤੀਤ ਭਈ ਅਰ ਪ੍ਰਾਤ ਭਈ ਫਿਰ ਰਾਤ।
ਤਬੈ ਚੜਿਆ ਏ। ਸਵਈਆ ਰਾਤ ਬਤੀਤ ਭਈ ਅਰ ਪ੍ਰਾਤ ਭਈ ਫਿਰ ਰਾਤ ਤਬੈ ਚੜਿਆ ਏ। ਛਾੜ ਫੇਰ ਸਮਝ ਰਾਤ ਬਤੀਤ ਭਈ ਅਰ ਪ੍ਰਾਤ ਭਈ ਫਿਰ ਰਾਤ ਤਬੈ ਚੜਿਆ ਏ। ਇਸ ਪ੍ਰਕਾਰ ਚਲੋ ਅੱਗੇ। ਛਾੜ ਦਏ ਹੱਥ ਫੂਲ ਹਜ਼ਾਰ ਦੋ ਊਬੁਚ ਪਿਉਦਰ ਐਸ ਫਿਰਾਏ ਔਰ ਹਵਾਏ ਚੱਲੀ ਨਭ ਕੋ ਉਪਮਾ ਤਿਹ ਕੀ ਕਬ ਸਿਆਮ ਸੁਨਾਏ ਦੇਖਹਿ ਕੌਤਕ ਦੇਵ ਸਭੈ ਦੇਹ ਤੇ ਮਨੁ ਕਾਗਦ ਕੋਟ ਪਠਾਏ ਸਵਈਆ ਲੈ ਬਸਦੇਵ ਕੋ ਅਗਰ ਪਰੋਹਤ ਕੰਸਹਿ ਕੇ ਚਲ ਧਾਮ ਗਏ ਹੈ ਆਗੇ ਤੇ ਨਾਰ ਭਈ ਇਕ ਲੇਹਸ ਗਾਗਰ ਪੰਡਤ ਡਾਰ ਦਏ ਹੈ ਡਾਰ ਦਏ ਲਡੂਆ ਗਹਿ ਝਾਂਟਨ ਤਾ ਕੋ ਸੋ ਵੇ ਤੋ ਪਛ ਗਏ ਹੈ ਜਾਦਵ ਬੰਸ ਦਹੂੰ ਦਿਸ ਤੇ ਸੁਨ ਕੈ ਸੋ ਅਨੇਕ ਹਾਸ ਭਏ ਹੈ ਕਬਿਤ ਗਾਵਤ ਬਜਾਵਤ ਸੋਰਾ ਗਾਰਨ ਦੇਵਾਵਤ ਸੁਆਵਤ ਸੁਹਾਵਤ ਹੈ ਮੰਦ ਮੰਦ ਗਾਵਤੀ। ਫੇਰ ਪੜੋ। ਗਾਵਤ ਬਜਾਵਤ ਸੋ ਗਾਰਨ ਦੇਵਾਵਤ ਸੁਆਵਤ ਸੁਹਾਵਤ ਹੈ ਮੰਦ ਮੰਦ ਗਾਵਤੀ ਕੇ ਹਰ ਸੀ ਕਾਟ ਯੋ ਕੁਰੰਗਨ ਸੇ ਦ੍ਰਿਗ ਜਾ ਕੇ ਗਜ ਕੈਸੀ ਚਾਲ ਮਨ ਭਾਵਤ ਸੁਆਵਤੀ ਮੋਤਨ ਕੇ ਚੌਕ ਕਰੇ ਲਾਲਨ ਕੇ ਖਾਰੇ ਧਰੇ ਬੈਠੇ ਤਬੈ ਦੁਲਹਿ ਦੁਲਹੀ ਸੁਹਾਵਤੀ ਬੇਦਨ ਕੀ ਧੁਨ ਕੀਨੀ ਦਛਨਾ ਦਿਜਨ ਦੀਨੀ ਲੀਨੀ ਸਾਤ ਭਾਵਰੈ ਜੋ ਭਾਵ ਤੇ ਸੋ ਭਾਵਤੀ। ਹਾਂਜੀ ਇਹ ਵੇਖ ਲਓ ਵੀ ਇਹ ਅੱਜ ਕੱਲ੍ਹ ਵੀ ਹਿੰਦੂ ਕਰਦੇ ਨੇ ਫੇਰੇ ਕਹਿੰਦੇ ਉਹਨਾਂ ਨੂੰ। ਤੇ ਪਹਿਲਾਂ ਉਸ ਸਮੇਂ 7 ਹੀ ਹੁੰਦੇ ਸਨ। ਲਿਖਿਆ ਨਾ 7 ਕਿੱਥੇ ਸੀ ਉਹ ਪਾਠ ਗਿਆ ਦੋਹਰੇ ਦੋਤਲੇ ਪਾਉਂਦੇ ਚਲੋ ਕੋਈ ਨਾ ਮੰਦ 35 ਨੰਬਰ ਲੀਨੀ ਸਾਤ ਭਾਵਰਾ ਜੋ ਭਾਵ ਤੇ ਸੋ ਭਾਵਤੀ ਜੋ ਪਾਉਂਦੇ ਸਨ ਲੋਕ ਖੜੇ ਤੇ ਬੀਬੀਆਂ ਜੋ ਬਾਈਆਂ ਪਾਉਂਦੀਆਂ ਸਨ। 7 ਭਾਵਰੇ 7 ਫੇਰੇ ਲਏ ਤੇ ਗੁਰਮਤਿ ਅਨੁਸਾਰ ਅਸੀਂ ਜੋ ਲਾਵਾਂ ਪੜ੍ਹਦੇ ਹਾਂ ਆਨੰਦ ਕਾਰਜ ਸਮੇਂ ਉਹ 4 ਲਾਵਾਂ ਪੜ੍ਹੀਆਂ ਜਾਂਦੀਆਂ ਨੇ ਤੇ 4 ਹੀ ਪ੍ਰਕਰਮਾਂ ਕੀਤੀਆਂ ਜਾਂਦੀਆਂ ਨੇ। ਤੇ ਅੱਜ ਕੱਲ੍ਹ ਤਾਂ ਹਿੰਦੂ ਵੀਰ ਵੀ ਇਹ 4 ਹੀ ਮਤਲਬ ਫੇਰੇ ਕਰਦੇ ਨੇ। ਪਹਿਲਾਂ ਉਸ ਸਮੇਂ 7 ਹੁੰਦੇ ਸਨ ਜਿਹੜੇ ਇੱਥੇ ਮਹਾਰਾਜ ਨੇ ਉਸੇ ਮੁਤਾਬਕ ਹੀ ਲਿਖਣਾ ਕੀਤੇ। ਹਾਂ ਚਲੋ ਜੀ। ਦੋਹਰਾ ਰਾਤ ਭਏ ਬਸਦੇਵ ਜੂ ਕੀਨੋ ਤਹਾਂ ਬਿਲਾਸ ਪ੍ਰਾਤ ਭਏ ਉਠ ਕੈ ਤਬੈ ਗਇਓ ਸਸੁਰ ਕੇ ਪਾਸ ਸਵਈਆ ਸਾਜ ਸਮੇਤ ਦਏ ਗਜ ਅਈਤ ਸੋ ਆਇਤ ਆਇਤ ਆੜਾ ਯਈਆ ਤੱਤਾ ਆਇਤ ਕਵਾਂਗੇ ਆ ਜਿਹੜਾ ਯਈਆ ਉਹਦੀਆਂ ਤਲਾਵਾਂ ਬਣ ਜਾਣੀਆਂ। ਸਾਜ ਸਮੇਤ ਦਏ ਗਜ ਆਇਤ ਸੋ ਔਰ ਦਏ ਤ੍ਰਿਗੁਣੀ ਰਥ ਨਾਰੇ ਲਛ ਪਟੰ 10 ਲਛ ਤੁਰੰਗਮ ਊਂਟ ਅਨੇਕ ਭਰੇ ਜਰ ਭਾਰੇ 36 ਕੋਟ ਦਏ ਦਲ ਪੈਦਲ ਸੰਗ ਕਿਦੋ ਤਿਨ ਕੀ ਰਖਵਾਰੇ ਕੰਸ ਤਬੈ ਤਿਹ ਰਾਖਨ ਕਉ ਮਨੁ ਆਪ ਭਏ ਰਥ ਕੇ ਹਕਵਾਰੇ। ਹਕਵਾਰੇ ਭਾਵ ਰਥ ਨੂੰ ਹੱਕਣ ਵਾਲੇ। ਹਾਂ ਚਲੋ ਜੀ। ਦੋਹਰਾ ਕੰਸ ਲਵਾਏ ਜਾਤ ਤਿਨ ਸਗਲ ਪ੍ਰਬਲ ਦਲ ਸਾਜ ਆਗੇ ਤੇ ਸ਼ਰਵਨਨ ਸੁਨੀ ਬਿਦ ਕੀ ਸਰਵਨਨ ਸੁਨੀ ਆਗੇ ਤੇ ਸ਼ਰਵਨਨ ਸੁਨੀ ਬਿਦ ਕੀ ਅਸ਼ੁਭ ਆਵਾਜ਼। ਅਸ਼ੁਭ ਆਵਾਜ਼ ਆਈ ਆਕਾਸ਼ ਬਾਣੀ ਹੋਈ ਕਿਹੜੀ ਹੋਈ ਆ ਸਰਵਣ ਕਰੀਏ ਜੀ। ਨਭ ਬਾਣੀ ਬਾਚ ਕੰਸ ਸੋ ਕਬਿਤ ਦੁਖ ਕੇ ਹਰਨ ਬ੍ਰਿਧ ਸਿੱਧ ਕੇ ਕਰਨ ਰੂਪ ਮੰਗਲ ਧਰਨ ਐਸੋ ਕਹਿਓ ਹੈ ਉਚਾਰ ਕੈ ਲੀਏ ਕਹਾਂ ਜਾਤ ਤੇਰੋ ਕਾਲ ਹੈ ਰੇ ਮੂੜ ਮਤ ਆਠਵੋਂ ਗਰਭ ਯਾ ਕੋ ਤੋ ਕੋ ਡਾਰੈ ਮਾਰ ਕੈ। ਵਾਹ ਵਾਹ। ਆਚਾਰਜ ਮਾਨ ਲੀਨੋ ਮਨ ਮੈਂ ਵਿਚਾਰ ਇਹ ਕਾਢ ਕੈ ਕਿਰਪਾਨ ਡਾਰੋ ਇਨਹੀ ਸੰਘਾਰ ਕੈ।
आकाशवाणी लिए कहाँ जात रे लिए कहाँ जात तेरो काल है रे मूड मत। आठवों गर्भ या को डारा मार्क। हे मूर्खमती, ਇਹਨੂੰ ਕਿੱਥੇ ਲਈ ਜਾ ਰਿਹਾ? ਕੰਸ ਨੂੰ ਆਵਾਜ਼ ਆਈ ਹੈ, ਇਹ ਤੇਰਾ ਕਾਲ ਹੈ। ਦੇਵਕੀ ਦਾ 8ਵਾਂ ਪੁੱਤਰ ਜੋ ਹੋਏਗਾ ਤੈਨੂੰ ਉਹਨੇ ਮਾਰ ਦੇਣਾ ਹੈ, ਇਹ ਆਵਾਜ਼ ਆਈ ਹੈ। ਸੋ ਗੱਲ ਚੱਲ ਰਹੀ ਸੀ ਕਿ ਵੇਖੋ ਇਹ ਕੁਦਰਤ ਦਾ, ਵਾਹਿਗੁਰੂ ਦਾ, ਪਰਮੇਸ਼ਰ ਦਾ, ਪ੍ਰਭੂ ਦਾ ਭਾਣਾ ਹੈ। ਕਿੱਥੇ ਰੰਗ ਸੀ, ਰਾਗ ਚੱਲ ਰਹੇ ਸਨ, ਕਿਤੇ ਉਹ ਆਮ ਜਿਵੇਂ ਕਹਿੰਦੇ ਵੀ ਰੰਗ 'ਚ ਭੰਗ ਪੈ ਗਈ, ਸਭ ਮਾਤਮ ਛਾ ਗਿਆ ਹੈ। ਅਤੇ ਉਹਨਾਂ ਵਿਚਾਰਾ ਦੇਵਕੀ ਅਤੇ ਵਾਸੁਦੇਵ 'ਤੇ ਵਿਪਤਾ ਪੈ ਗਈ ਹੈ। ਇਹਨੇ ਫਿਰ ਉਹਨਾਂ ਨੂੰ ਬੰਨ੍ਹ ਨਾਲ ਕੈਦ ਕਰ ਲੈਣਾ ਹੈ। ਇਹ ਆਵਾਜ਼ ਸੁਣ ਕੇ ਅੱਗੇ ਅੱਗੇ ਨਾਲ ਆਪਾਂ ਦਰਸ਼ਨਦਾਰੇ ਕਰਦੇ ਹਾਂ। ਆਓ ਜੀ, ਹਾਂ ਸਾਰਾ ਇੱਕ ਵਿੱਚ ਪੜ੍ਹ ਦਿਓ ਜੀ ਦੁਬਾਰਾ। ਹਾਂਜੀ। ਨਭ ਬਾਣੀ ਬਾਚ ਕੰਸ ਸੋ ਕਬਿਤ, ਦੁਖ ਕੇ ਹਰਨ ਬ੍ਰਿਧ ਸਿੱਧ ਕੇ ਕਰਨ, ਰੂਪ ਮੰਗਲ ਧਰਨ ਐਸੋ ਕਹਿਓ ਹੈ ਉਚਾਰ ਕੈ। लिए कहाँ जात तेरो काल है रे मूड मत, आठवों गर्भ या को डारे मार कै। अचरज मान लीनो मन में विचार एह, काढ़ कै कृपान डारो इन्ही संघार कै। ਜੇ ਆਕਾਸ਼ਬਾਣੀ ਨਾ ਹੁੰਦੀ ਤਾਂ ਉਹਦਾ ਪਾਪਾਂ ਦਾ ਬੇੜਾ ਕਿਵੇਂ ਭਰਨਾ ਸੀ? ਬਿਨਾਂ ਬੇੜੇ ਭਰੇ ਤੋਂ ਤੇ ਡੁੱਬ ਨਹੀਂ ਸਕਦਾ ਸੀ। ਇਸ ਕਰਕੇ ਪਾਪਾਂ ਦਾ ਭਾਰ ਇਹਦੇ ਸਿਰ ਪਹਿਲਾਂ ਇਹ ਲਾਉਣਾ ਨਹੀਂ ਵੀ ਐਵੇਂ ਉਹਨੇ 7 ਪੁੱਤਰ ਮਾਰੇ ਨੇ। ਇਹ ਐਸੀ ਅੱਗੇ ਕਥਾ ਆਏਗੀ, ਸਰਵਣ ਕਰੀ ਚੱਲਾਂਗੇ ਨਾਲ ਨਾਲ। ਹਾਂਜੀ ਚਲੋ। ਜਾਹੇ ਗੇਸ਼ ਪਾਏ ਕੈ ਸੋ ਜਾਨੀ ਕੰਸ ਮਨ ਮਾਹੇ, ਇਹ ਬਾਤ ਭਲੀ ਡਾਰੋਂ ਜਰ ਹੀ ਉਖਾਰ ਕੈ। ਦੋਹਰਾ ਕੰਸ ਦੋਹੂ ਕੇ ਬਦ ਨਿਮਿਤ ਲੀਨੋ। ਦੋਹੂ ਹਾਂਜੀ, ਦਦੇ ਨੂੰ ਹੋੜਾ ਨਾ, ਜੇ ਔਂਕੜ ਹੋਵੇ ਦੂੰ, ਠੀਕ ਹੈ। ਕੰਸ ਦੋਹੂ ਕੇ ਬਦ ਨਿਮਿਤ, ਦੇਵਕੀ ਅਤੇ ਵਾਸੁਦੇਵ ਨੂੰ ਮਾਰਨ ਵਾਸਤੇ। ਵਾਸੁਦੇਵ ਜੋ ਉਹਨਾਂ ਦੋਵਾਂ ਜੀਆਂ ਨੂੰ ਮੈਂ ਮਾਰ ਹੀ ਦੇਵਾਂ, ਭੈਣ ਭਣਵੀਏ ਨੂੰ, ਐਂ ਮਨ 'ਚ ਨੇ ਵਿਚਾਰ ਕਰ ਲਿਆ ਵੀ ਇਹਦਾ ਗਰਭ 8ਵਾਂ ਕਿੱਥੇ ਆਊਗਾ, ਦੋਵਾਂ ਜਾੜੀ ਉਖਾੜ ਦਿੰਦਾ, ਇਹਨਾਂ ਦੀ ਦੋਵਾਂ ਨੂੰ ਮਾਰ ਕੱਤਦਾ ਐਂ। ਹਾਂਜੀ। ਕੰਸ ਦੋਹਰਾ ਕੰਸ ਦੋਹੂ ਕੇ ਬਦ ਨਿਮਿਤ ਲੀਨੋ ਖੜਗ ਨਿਕਾਰ, ਵਾਸੁਦੇਵ ਅਰ ਦੇਵਕੀ ਡਰੇ ਦੋ ਨਰ ਨਾਰ। ਵਾਸੁਦੇਵ ਬਾਚ ਕੰਸ ਸੋ ਦੋਹਰਾ, ਵਾਸੁਦੇਵ ਡਰ ਮਾਨ ਕੈ ਤਾਸੋ ਕਹੀ ਸੁਨਾਏ। ਜੋ ਯਾਹੀ ਤੇ ਜਨਮ ਹੈ ਮਾਰਹੁ ਤਾਕਹੁ ਰਾਏ। ਕੰਸ ਬਾਚ ਮਨ ਮੈਂ ਦੋਹਰਾ, ਪੁੱਤਰ ਹੇਤ ਕੇ ਭਾਵ ਸੋ ਮਤ ਇਹ ਜਾਏ ਛਪਾਏ। ਬੰਦੀ ਖਾਨੇ ਦਿਓ ਐਨ ਇਹ ਵਿਚਾਰੀ ਰਾਏ। ਅਥ ਦੇਵਕੀ ਬਸੁਦੇਵ ਕੈਦ ਕੀਬੋ ਸਵਈਆ, ਡਾਰ ਜੰਜੀਰ ਲਏ ਤਿਨ ਪਾਇਨ ਪੈ ਫਿਰ ਕੈ ਮਥੁਰਾ ਪਹਿ ਆਇਓ। ਸੋ ਸੁਨ ਕੈ ਸਭ ਲੋਕ ਕਥਾ, ਯਤ ਨਾਮ ਬੁਰੋ ਜਗ ਮੈਂ ਨਿਕਰ ਆਇਓ। ਆਨ ਰਖੈ ਗ੍ਰਹਿ ਆਪਨ ਮੈਂ, ਰਖਵਾਰੀ ਕੋ ਸੇਵਕ ਲੋਕ ਬੈਠਾਇਓ। ਆਨ ਬਢੇਨ ਕੀ ਛਾੜ ਦਈ, ਕੁਲ ਭੀਤਰ ਆਪਨੋ ਰਾਹ ਚਲਾਇਓ। ਕਬਿਓ ਬਾਚ ਦੋਹਰਾ, ਕਿਤਕ ਦਿਵਸ ਬੀਤੇ ਜਬੈ, ਕੰਸ ਰਾਜ ਉਤਪਾਤ। ਤਬੈ ਕਥਾ ਔਰ ਚਲੀ, ਕਰਮ ਰੇਖ ਕੀ ਬਾਤ। ਪ੍ਰਥਮ ਪੁੱਤਰ ਦੇਵਕੀ ਕੇ ਜਨਮ ਕਥਨੰ ਦੋਹਰਾ, ਪੁੱਤਰ ਭਇਓ ਦੇਵਕੀ ਕੈ ਕੀਰਤ ਮਤ ਦੇਹ ਨਾਮ। ਵਾਸੁਦੇਵ ਲੈ ਤਾਹਿ ਕੋ ਗਇਓ ਕੰਸ ਕੈ ਧਾਮ। ਸਵਈਆ ਲੈ ਕਰ ਤਾਤ ਕੋ ਤਾਤ ਚਲਿਓ, ਜਬ ਹੀ ਨ੍ਰਿਪ ਕੇ ਦਰ ਉਪਰ ਆਇਓ। ਜਾਏ ਕਹਿਓ ਦਰਵਾਨਨ ਸੋ, ਦਿਨ ਬੋਲ ਕੇ ਭੀਤਰ ਜਾਏ ਜਨਾਇਓ।
कंस करी कर नासस देख, कहो हम हूँ तुमको बख्सायु। फेर चल्यो ग्रह को बस देव, तऊ मन में कछ ना सुख पायो। ਵਾਸਦੇਵ ਬਾਚ ਮਨ ਮੈਂ ਦੋਹ। ਇਹ ਧਿਆਨ ਦੇਣਾ, ਕਈ ਵਾਰੀ ਵਾਸਦੇਵ ਆਉਂਦਾ, ਕਈ ਵਾਰੀ ਵਸਦੇਵ ਆਉਂਦਾ, ਤੇ ਇਹ ਕੋਈ ਖਾਸ ਫਰਕ ਨਹੀਂ ਹੈ। ਵਾਸਦੇਵ ਤੋਂ ਭਾਵ ਹੀ ਹੈ ਕ੍ਰਿਸ਼ਨ ਦੇ ਪਿਤਾ ਜੀ। ਵਾਸਦੇਵ ਬਾਚ ਮਨ ਮੈਂ ਦੋਹਰਾ, ਵਾਸਦੇਵ ਮਨ ਆਪਣੇ ਕੀਨੋ ਇਹ ਵਿਚਾਰ। ਕੰਸ ਮੂੜ ਦੁਰਮਤ ਵੱਡੋ, ਯਾ ਕੋ ਡਰ ਹੈ ਮਾਰ। ਨਾਰਦ ਰਿਖ ਬਾਚ ਕੰਸ ਪ੍ਰਤ ਦੋਹਰਾ, ਤਬ ਮੁਨ ਆਇਓ ਕੰਸ ਗ੍ਰਹਿ। ਕਹੀ ਬਾਤ ਸੁਨ ਰਾਏ, ਅਸ਼ਟਲੀਕ ਕਰ ਕੈ ਗਨੀ। ਦੀਨੋ ਭੇਦ ਬਤਾਏ, ਅਥ ਪ੍ਰੀਤਨ ਸੌ ਕੰਸ ਬਾਚ ਸਵਈਆ। ਬਾਤ ਸੁਨੀ ਜਬ ਨਾਰਦ ਕੀ ਇਹ, ਤੋ ਨ੍ਰਿਪ ਕੇ ਮਨ ਮਾਹਿ ਭਈ ਹੈ। ਮਾਰਹੁ ਜਾਏ ਐਸੈ ਅਬ ਹੀ, ਕਰ ਪ੍ਰੀਤਨ ਨੈਨ ਕੀ ਸੈਨ ਦਈ ਹੈ। ਦੌਰ ਗਏ ਦੇਹ ਆਏ ਸਮਾਨ ਕੈ, ਬਾਤ ਇਹ ਚਲ ਲੋਗ ਗਈ ਹੈ। ਪਾਥਰ ਪੈ ਹਨ ਕੈ ਘਨ ਜਿਉ, ਪੁਨ ਜੀਵ ਹੈ ਤੇ ਕਰ ਭਿੰਨ ਲਈ ਹੈ। ਪ੍ਰਥਮ ਪੁੱਤਰ ਬਧ ਹੈ ਸਵਈਆ, ਔਰ ਭਇਓ ਸੁਤ ਜੋ ਤਿਹ ਕੇ ਗ੍ਰਹਿ। ਤਉ ਨ੍ਰਿਪ ਕੰਸ ਮਹਾ ਮਤਹੀਨੋ, ਸੇਵਕ ਭੇਜ ਦਏ ਤਿਨ ਲਿਆਏ ਕੈ। ਪਾਥਰ ਪੈ ਹਨ ਕੈ ਪੁਨ ਦੀਨੋ, ਸੂਰ ਪਰਿਓ ਸਭ ਹੀ ਪੁਰ ਮੈਂ। ਕਬ ਨੈ ਤਿਹ ਕੋ ਜਸਿਓ ਲਖ ਲੀਨੋ, ਇੰਦਰ ਮੂਓ ਸੁਨ ਕੈ ਰਨ ਮੈਂ। ਮਿਲ ਕੈ ਸੁਰ ਮੰਡਲ ਰੋਦਨ ਕੀਨੋ, ਔਰ ਭਇਓ ਸੁਤ ਜੋ ਤਿਹ ਕੇ ਗ੍ਰਹਿ। ਨਾਮ ਧਰਿਓ ਤਿਨ ਕੋ ਤਿਨਹੂ ਜੈ। ਮਾਰ ਦਇਓ ਸੁਨ ਕੈ ਨ੍ਰਿਪ ਕੰਸ, ਸੋ ਪਾਥਰ ਪੈ ਹਨ ਡਾਰਿਓ ਖੂੰਜੈ। ਇਹਦੇ ਵਿੱਚ ਜਿਹੜੇ ਤੁਕਾਂਤ ਆ, ਖੂੰਜਾ ਗੂੰਜਾ ਕੂੰਜਾ, ਇਸ ਪ੍ਰਕਾਰ ਹੋਣਾ। ਤੇ ਇਹ ਇੱਥੇ ਜਿਹੜਾ ਪਹਿਲੀ ਪੰਕਤੀ ਦਾ ਤਿਨਹੂ ਜੈ, ਉਹ ਭਾਵ ਪੁੱਤਰ ਦਾ ਨਾਮ ਜੈ ਰੱਖ ਲਿਆ ਉਹਨਾਂ ਨੇ। ਇਹ ਤਿਨਹੂ ਜੈ, ਅਗਲੀ ਪੰਕਤੀ 'ਚ ਖੂੰਜਾ ਗੂੰਜਾ ਕੂੰਜਾ ਆਏਗਾ, ਇਹ ਜੈ ਵੱਖਰਾ। ਔਰ ਭਇਓ ਸੁਤ ਜੋ ਤਿਹ ਕੇ ਗ੍ਰਹਿ। ਨਾਮ ਧਰਿਓ ਤਿਨ ਕੋ ਤਿਨਹੂ ਜੈ। ਔਰ ਭਇਓ ਸੁਤ ਜੋ ਤਿਹ ਕੇ ਗ੍ਰਹਿ। ਨਾਮ ਧਰਿਓ ਤਿਹ ਕੋ ਤਿਨਹੂ ਜੈ। ਮਾਰ ਦਇਓ ਸੁਨ ਕੈ ਨ੍ਰਿਪ ਕੰਸ, ਸੋ ਪਾਥਰ ਪੈ ਹਨ ਡਾਰਿਓ ਖੂੰਜੈ। ਸੀਸ ਕੇ ਬਾਰ ਉਖਾਰਤ ਦੇਵ ਕੀ, ਰੋਦਨ ਚੋਰਨ ਤੇ ਘਰ ਗੂੰਜੈ। ਜਿਉ ਰੁਤ ਅੰਤ ਬਸੰਤ ਸਮੈ, ਨਭ ਕੋ ਜਿਮ ਜਾਤ ਪੁਕਾਰਤ ਕੂੰਜੈ। ਕਬਿਤ ਚੌਥੋ ਪੁੱਤਰ ਭਇਓ ਸੋ ਵੀ ਕੰਸ ਮਾਰ ਦਇਓ। ਤਿਹ ਸੋਕ ਬੜਵਾ ਕੀ ਲਾਟੈ, ਮਨ ਮੈਂ ਜਗਤ ਹੈ। ਪਰੀ ਹੈਗੀ ਦਾਸੀ ਮਹਾ ਮੋਹ ਹੂੰ ਕੀ ਫਾਸੀ ਬੀਚ। ਗਈ ਮਿਟ ਸੋਭਾ ਪੈ ਉਦਾਸੀ ਹੀ ਭਗਤ ਹੈ। ਪਰੀ ਹੈਗੀ ਦਾਸੀ ਮਹਾ ਮੋਹ ਕੀ ਫਾਸੀ ਬੀਚ। ਗਈ ਮਿਟ ਸੋਭਾ ਪੈ ਉਦਾਸੀ ਹੀ ਭਗਤ ਹੈ। ਹਾਂਜੀ। ਪਰੀ ਹੈਗੀ ਦਾਸੀ ਮਹਾ ਮੋਹ ਹੂੰ ਕੀ ਫਾਸੀ ਬੀਚ। ਗਈ ਮਿਟ ਸੋਭਾ ਪੈ ਉਦਾਸੀ ਹੀ ਭਗਤ ਹੈ। ਕਹਿ ਦੋ ਤੁਮ ਨਾਥ ਹੋਐ ਸਨਾਥ, ਹਮ ਹੂੰ ਪੈ ਹੁੰਜੈ। ਪਤ ਕੀ ਨਾ ਗਤ ਔਰ ਤਨ ਕੀ ਨਾ ਗਤ ਹੈ। ਭਈ ਉਪਹਾਸੀ ਦੇਹ ਪੂਤਨ ਬਿਨਾਸੀ ਅਬਿਨਾਸੀ। ਤੇਰੀ ਹਾਸੀ ਹਮੈ ਗਾਸੀ ਸੀ ਲਗਤ ਹੈ। ਭਈ ਉਪਹਾਸੀ ਦੇਹ ਪੂਤਨ ਬਿਨਾਸੀ ਅਬਨਾਸੀ। ਤੇਰੀ ਹਾਸੀ ਹਮੈ ਗਾਸੀ ਸੀ ਲਗਤ ਹੈ। ਇਹ ਵੇਖੋ ਸਾਰੇ ਦਾ ਭਾਵ ਹੈ ਜਿਸ ਦੇ ਸ਼ੋਕ ਦਾ ਦੁੱਖ ਦੇਵਕੀ ਦੇ ਪੁੱਤਰ ਮਾਰੇ ਗਏ ਨਾ, ਚਾਰ ਪੁੱਤਰ ਮਾਰਤੇ। ਉਹਨਾਂ ਚਾਰਾਂ ਦਾ ਸ਼ੋਕ ਦਾ ਦੁੱਖ ਦੇਵਕੀ ਦੇ ਦਿਲ ਵਿੱਚ ਬੜਵਾ ਨਾਲ ਅਗਨੀ ਦੀਆਂ ਲਾਟਾਂ ਵਾਂਗ ਜਾਗ ਪਿਆ।
ਤੇ ਦੇਵਕੀ ਪ੍ਰਮਾਤਮਾ ਅੱਗੇ ਬੇਨਤੀਆਂ ਕਰਦੀ ਹੈ ਕਿ हे ਪ੍ਰਭੂ, ਮੇਰੇ ਦਾਸੀ ਦੇ ਮਨ ਵਿੱਚ ਜਿਹੜੀ ਇਹ ਸੋਚ ਦੀ ਫਾਸੀ ਪੈ ਗਈ ਹੈ ਨਾ, ਮੋਹ ਦੀ ਫਾਸੀ ਪਈ ਆ, ਇਸ ਨਾਲ ਮੇਰੀ ਸ਼ੋਭਾ ਮਿਟ ਗਈ ਹੈ, ਉਦਾਸੀ ਹੀ ਉਦਾਸੀ ਛਾਈ ਪਈ ਹੈ। ਕਦੋਂ ਤੁਸੀਂ ਨਾਥ ਹੋ ਕੇ ਸਾਨੂੰ ਸਨਾਥ ਕਰੋਗੇ? ਨਾ ਹੀ ਮੇਰੇ ਪਤੀ ਦੀ ਕੋਈ ਅੱਛੀ ਹਾਲਤ ਗਤੀ ਹੈ, ਤੇ ਨਾ ਹੀ ਮੇਰੇ ਤਨ ਦੀ ਸਰੀਰ ਦੀ ਕੋਈ ਚੰਗੀ ਹਾਲਤ ਹੈ, ਸ਼ੁੱਧ ਗਤੀ ਹੈ। ਜਿਹੜੀ ਜਗਤ ਵਿੱਚ ਸਾਡੀ ਉਪਹਾਸੀ ਮਾਹੌਲ ਸਾਡਾ ਹੋ ਰਿਹਾ, ਪਰੀ ਹੈਗੀ ਪਈ ਉਪਹਾਸੀ ਦੇਹ ਪੂਤਨਾ ਬਿਨਾਸੀ। ਜੇ ਸੰਸਾਰ ਵਿੱਚ ਸਾਡੀ ਉਪਹਾਸੀ ਹੋ ਰਹੀ ਹੈ, ਸਾਡਾ ਠੱਠਾ ਹੋ ਰਿਹਾ ਹੈ, ਅਤੇ ਸਾਡੇ ਸਰੀਰ ਨੂੰ ਪੁੱਤਰਾਂ ਦੇ ਦੁੱਖਾਂ ਨੇ ਨਾਸ ਹੀ ਕਰ ਦਿੱਤਾ ਹੈ। ਹੇ ਅਬਨਾਸੀ ਤੇਰੀ ਹਾਸੀ ਹੈ ਵਾਹਿਗੁਰੂ, ਤੇਰੀ ਤਾਂ ਇਹ ਹਾਸੀ ਆ, ਤੇਰੀ ਮਰਜ਼ੀ ਆ, ਤੇਰਾ ਤਾਂ ਭਾਣਾ ਹੈ, ਭਾਣੇ ਅਨੁਸਾਰ ਹੀ ਹੋ ਰਿਹਾ ਹੈ। ਪਰੰਤੂ ਸਾਡੇ ਵੱਸ ਤੋਂ ਬਾਹਰ ਦੀ ਗੱਲ ਹੈ, ਜੋ ਸਾਨੂੰ ਇਹ ਬਹੁਤ ਹੀ ਵੱਡਾ ਦੁੱਖ ਦਿਨ ਰਾਤ ਤੀਰ ਦੀ ਮੁਖੀ ਗਾਸੀ ਤੋਂ ਭਾਵ ਆ, ਤੀਰ ਦੀ ਮੁਖੀ ਵਾਂਗ ਚੁਭਦਾ ਰਹਿੰਦਾ ਹੈ, ਅਥਵਾ ਜਿਸ ਨਾਲ ਤੇਰੀ ਵੀ ਹਾਸੀ ਅਪਮਾਨ ਹੁੰਦਾ ਹੈ, ਜੋ ਸਾਨੂੰ ਤੀਰ ਵਾਂਗ ਚੁਭਦਾ ਰਹੇ। ਹਾਂਜੀ, ਇਹ ਜਦੋਂ ਚਾਰੇ ਪੁੱਤਰ ਮਾਰੇ ਗਏ ਸੀ, ਫਿਰ ਆਪਣੇ ਦਿਲ ਦੀ ਪੁਕਾਰ ਮਾਤਾ ਦੇਵਕੀ ਦੀ ਸੀ, ਅੱਗੇ ਪੰਜਵਾਂ ਪੁੱਤਰ ਫੇਰ ਮਾਰ ਦੇਣਾ। ਆਓ ਸਰਵਣ ਕਰੀਏ ਜੀ। ਭਈ ਉਪਹਾਸੀ ਦੇਹ ਪੂਤਨ ਬਿਨਾਸੀ, ਅਬਿਨਾਸੀ ਤੇਰੀ ਹਾਸੀ, ਹਮੈ ਗਾਸੀ ਸੀ ਲਗਤ ਹੈ। ਸਵਈਆ ਪਾਂਚਵੋਂ ਪੁੱਤਰ ਭਇਓ ਸੁਨ ਕੰਸ, ਸੋ ਪਾਥਰ ਸੋ ਹਨ ਮਾਰ ਦਇਓ ਹੈ। ਸਵਾਸ ਗਇਓ ਨਭ ਕੇ ਮਗ ਮੈਂ, ਤਨ ਤਾਕੋ ਕਿਦੋ ਜਮਨਾ ਮੈਂ ਗਇਓ ਹੈ। ਸੋ ਸੁਨ ਕੈ ਪੁਨ ਸਰੋਨਨ ਦੇਵਕੀ, ਸੋਕ ਸੂ ਸਾਸ ਉਸਾਸ ਲਇਓ ਹੈ। ਮੋਹ ਭਇਓ ਅਤ ਤਾ ਦਿਨ ਮੈਂ, ਮਨੋ ਜਾਹੀ ਤੇ ਮੋਹ ਪ੍ਰਕਾਸ਼ ਭਇਓ ਹੈ। ਦੇਵਕੀ ਬੇਨਤੀ ਬਾਚ ਕਬਿਤ, ਪੁੱਤਰ ਭਇਓ ਛਠੋਂ ਬੰਸ, ਸੋ ਵੀ ਮਾਰ ਡਾਰਿਓ ਕੰਸ। ਅੱਗੇ ਛੇਵਾਂ ਵੀ ਮਾਰ ਦਿੱਤਾ। ਪੁੱਤਰ ਭਇਓ ਛਠੋਂ ਬੰਸ, ਸੋ ਵੀ ਮਾਰ ਡਾਰਿਓ ਕੰਸ। ਹਾਂਜੀ, ਪੁੱਤਰ ਭਇਓ ਛਠੋ ਬੰਸ, ਪੁੱਤਰ ਭਇਓ ਛਠੋ ਬੰਸ, ਸੋ ਵੀ ਮਾਰ ਡਾਰਿਓ ਕੰਸ। ਦੇਵ ਕੀ ਪੁਕਾਰੀ ਨਾਥ, ਬਾਤ ਸੁਨ ਲੀਜੀਐ। ਦੇਵ ਕੀ ਪੁਕਾਰੀ ਨਾਥ, ਬਾਤ ਸੁਨ ਲੀਜੀਐ। ਪੁੱਤਰ ਭਇਓ ਛਠੋ ਬੰਸ, ਸੋ ਵੀ ਮਾਰ ਡਾਰਿਓ ਕੰਸ। ਦੇਵ ਕੀ ਪੁਕਾਰੀ ਨਾਥ, ਬਾਤ ਸੁਨ ਲੀਜੀਐ। ਕੀਜੀਐ ਅਨਾਥ ਨਾਸਨਾਥ, ਮੇਰੇ ਦੀਨਾ ਨਾਥ, ਹਮੈ ਮਾਰ ਦੀਜੀਐ, ਕਿ ਯਾ ਕੋ ਮਾਰ ਦੀਜੀਐ। ਇਹ ਦਿਲ ਦੀ ਵੇਦਨਾ ਹੈ, ਦਿਲ ਦਾ ਦੁੱਖ ਹੈ। ਕਹਿੰਦੀ ਹੈ ਵਾਹਿਗੁਰੂ ਪ੍ਰਭੂ ਪਰਮੇਸ਼ਰ, ਜੋ ਸਾਡੀ ਇਸ ਵੇਲੇ ਹਾਲਤ ਹੋ ਰਹੀ ਹੈ, ਜਾਂ ਸਾਨੂੰ ਹੀ ਮਾਰ ਦੇ, ਜਾਂ ਫਿਰ ਤੂੰ ਕੰਸ ਨੂੰ ਨਹੀਂ ਮਾਰਦਾ। ਹਾਂ, ਕੰਸ ਬੜੋ ਪਾਪੀ, ਜਾ ਕੇ ਲੋਕ ਭਇਓ ਜਾਪੀ। ਆਗੇ ਸਰਵਣ ਕਰੀਏ। ਕੰਸ ਬੜੋ ਪਾਪੀ, ਜਾ ਕੋ ਲੋਕ ਭਇਓ ਜਾਪੀ। ਸੋਈ ਕੀਜੀਐ ਹਮਾਰੀ ਦਸ਼ਾ, ਜਾਤੇ ਸੁਖੀ ਜੀਜੀਐ। ਸਰੋਨਨ ਮੈਂ ਸੋਨ, ਅਸਵਾਰੀ ਗਜਵਾਰੀ ਕਰੂੰ। ਲਾਈਐ ਨਾ ਢੀਲ, ਅਬ ਦੋ ਮੈਂ ਇੱਕ ਕੀਜੀਐ। ਇਤ ਛਟਵੋਂ ਪੁੱਤਰ ਬਧ ਹੈ। ਹਾਂਜੀ, ਇਹ ਛੇਵਾਂ ਪੁੱਤਰ ਵੀ ਮਾਰ ਦਿੱਤਾ। ਉਹ ਫਿਰ ਮਾਤਾ ਬੇਨਤੀ ਕਰਦੀ ਆ, ਹੇ ਵਾਹਿਗੁਰੂ, ਇਹ ਮੇਰੀ ਬੇਨਤੀ ਨਾ ਆਪਣੇ ਕੰਨਾਂ ਨਾਲ ਸੁਣ ਕੇ ਇਸ ਵਾਰੀ ਹੁਣ ਵਾਲੀ ਬੇਨਤੀ ਸੁਣੋ। ਗਜਵਾਰੀ ਕਰੋ। ਗਜਵਾਰੀ ਭਾਵ ਜਿਵੇਂ ਹਰੀਹਰ ਖੇਤਰ ਤੇ ਤੰਦੂਏ ਨੂੰ ਗਾਜਣਾ ਹਾਥੀ ਦਾ, ਤੰਦੂਆ ਹਾਥੀ ਨੂੰ ਖਿੱਚ ਕੇ ਲੈ ਜਾ ਰਿਹਾ ਸੀ, ਤੇ ਹਾਥੀ ਦੀ ਅਖੀਰਲੀ ਵਾਰ ਦੀ ਪੁਕਾਰ ਸੁਣ ਕੇ ਪਰਮੇਸ਼ਰ ਨੇ ਫਿਰ ਆਪਣੇ ਸੁਦਰਸ਼ਨ ਚੱਕਰ ਦੇ ਨਾਲ ਜੋ ਤੰਦੂਏ ਦੀਆਂ ਤਾਰਾਂ ਕੱਢ ਦਿੱਤੀਆਂ, ਹਾਥੀ ਨੂੰ ਮੁਕਤ ਕਰ ਦਿੱਤਾ ਸੀ। ਇਸ ਪ੍ਰਕਾਰ ਕਹਿੰਦੀ ਆ, ਜਿਵੇਂ ਉਸ ਹਾਥੀ ਦੀ
ਅਖੀਰਲੀ ਪੁਕਾਰ ਸੁਣੀ ਤੇ ਉਹਨੂੰ ਮੁਕਤ ਕਰਤਾ ਦੁੱਖਾਂ ਤੋਂ। ਹੁਣ ਮਹਾਰਾਜ ਸਾਨੂੰ ਵੀ ਸਰੋਣਨ ਮੈਂ ਸੁਣ ਅਸ ਵਾਰੀ ਇਸ ਵਾਰੀ ਗਜ ਵਾਰੀ ਕਰੋ। ਉਹ ਹਾਥੀ ਵਾਲੀ ਕਿਰਿਆ ਹੀ ਕਰ ਦਿਓ, ਲਾਈਏ ਨਾ ਢੀਲ ਅਬਦੋ ਮੈਂ ਇੱਕ ਚੀਜ਼ ਹੈ, ਬਸ ਸਾਨੂੰ ਮਾਰ ਦੇ ਜਾਂ ਉਹਨੂੰ ਮਾਰ ਦੇ, ਇਹ ਇੱਕ ਕਰ ਦੇ। ਇਹਦੇ 'ਚ ਇੱਥੇ 6ਵਾਂ ਪੁੱਤਰ ਵੀ ਉਹਨੇ ਮਾਰ ਦਿੱਤਾ। ਹਾਂਜੀ ਅੱਗੇ ਆਥ ਬਲਭਦਰ ਜਨਮ ਸਵਈਆ ਜੋ ਬਲਭਦਰ ਭਇਓ ਗਰਭਾਂਤਰ ਤਉ ਦੁਹ ਬੈਠ ਕੇ ਮੰਤਰ ਕਰਿਓ ਹੈ। ਤਾਹੀ ਤੇ ਮੰਤਰ ਕੇ ਜੋਰ ਸੋ ਕਾਢ ਕੇ ਰੋਹਨੀ ਕੇ ਉਰ ਬੀਚ ਧਰਿਓ ਹੈ। ਕੰਸ ਕਦਾਚ ਹਨੈ ਸਿਸ ਕੋ ਤੇਹ ਤੇ ਮਨ ਮੈਂ ਬਸਦੇਵ ਡਰਿਓ ਹੈ। ਸੇਖ ਮਨੋ ਜਗ ਦੇਖਨ ਕੋ ਜਗ ਭੀਤਰ ਰੂਪ ਨਵੀਨ ਕਰਿਓ ਹੈ। ਦੋਹਰਾ ਕ੍ਰਿਸ਼ਨ ਕ੍ਰਿਸ਼ਨ ਕਰ ਸਾਧ ਦੋ ਬਿਸ਼ਨ ਕਿਸ਼ਨ ਪਤ ਜਾਸ। ਕ੍ਰਿਸ਼ਨ ਬਿਸਵ ਤਰ ਬੇਨਮਿਤ ਤਨ ਮੈਂ ਕਰਿਓ ਪ੍ਰਕਾਸ਼। ਆਥ ਕ੍ਰਿਸ਼ਨ ਜਨਮ ਸਵਈਆ ਸੰਖ ਗਦਾ ਕਰੇ ਔਰ ਤ੍ਰਿਸੂਲ। ਧਰੇ ਤਨ ਕੌਚ ਬਢੇ ਬੜ ਭਾਗੀ। ਨੰਦਕ ਹੈ ਕਰ ਸਾਰੰਗ ਸਾਰੰਗ ਪੀਤ ਧਰੈ ਖਟ ਪੈ ਅਨੁਰਾਗੀ। ਤੇ ਹੱਥ ਵਿੱਚ ਸਾਰੰਗ ਤੋਂ ਭਾਵ ਹੈ ਜਿਸ ਦੇ ਹੱਥ ਵਿੱਚ ਵਿਸ਼ਨੂੰ ਦੀ ਨੰਦੀ ਨਾਮ ਦੀ ਤਲਵਾਰ ਹੈ, ਤੇ ਇੱਕ ਹੱਥ ਵਿੱਚ ਸਾਰੰਗ ਨਾਮ ਦੀ ਧਨਕ ਹੈ। ਸਾਰੰਗ ਨਾਮ ਦੀ ਧਨਕ ਹੈ। ਸਾਰੰਗ ਨੰਦਕ ਹੈ ਕਰ ਸਾਰੰਗ ਸਾਰੰਗ। ਇੱਕ ਵਾਰੀ ਸਾਰੰਗ ਥੋੜਾ ਜਿਹਾ ਜਮਕੀ ਲਾ ਕੇ ਫਿਰ ਸਾਰੰਗ ਤੇ ਵਿਸਰਾਮ। ਨੰਦਕ ਹੈ ਕਰ ਸਾਰੰਗ ਸਾਰੰਗ ਪੀਤ ਧਰੈ ਪਟ ਪੈਣ ਲੱਗੀ। ਪੀਲੇ ਪੀਟ ਇਹਦੇ ਪਟ ਵਸਤਰ ਪਹਿਨੇ ਹੋਏ ਨੇ, ਐਂ ਕਰਨਾ। ਨੰਦਕ ਹੈ ਕਰ ਸਾਰੰਗ ਸਾਰੰਗ ਪੀਤ ਧਰੈ ਪਟ ਪੈ ਅਨੁਰਾਗੀ। ਸੋ ਫੇਰ ਸਮਝ ਲਓ ਸਾਰੇ ਜਣੇ, ਪਹਿਲਾਂ ਵਾਲਾ ਸਾਰੰਗ ਤੇ ਜਮਕ ਲਾ ਕੇ ਅੱਗੇ ਤੇ ਵਿਸਰਾਮ। ਹਾਂਜੀ ਨੰਦਕ ਹੈ ਕਰ ਸਾਰੰਗ ਸਾਰੰਗ ਪੀਤ ਧਰੈ ਪਟ ਪੈ ਅਨੁਰਾਗੀ। ਸੋਈ ਹੁਤੀ ਜਨਮਿਓ ਇਹ ਕੇ ਗ੍ਰਹਿ ਕੈ ਡਰ ਪੈ ਮਨ ਮੈਂ ਉਠ ਜਾਗੀ। ਦੇਵਕੀ ਪੁੱਤਰ ਨ ਜਾਣਿਓ ਲਖਿਓ ਹਰ ਕੈ ਕਹਿ ਪ੍ਰਨਾਮ ਸੋ ਪਾਇਨ ਲਾਗੀ। ਦੋਹਰਾ ਲਖਿਓ ਦੇਵਕੀ ਹਰ ਮਨੈ ਲਖਿਓ ਨਾ ਕਰ ਕਰ ਤਾਤ। ਲਖਿਓ ਜਾਨ ਕਰ ਮੋਹ ਕੀ ਤਾਨੀ ਤਾਨ ਕਨਾਤ। ਕ੍ਰਿਸ਼ਨ ਜਨਮ ਜਬ ਹੀ ਭਇਓ ਦੇਵਨ ਭਇਓ ਹੁਲਾਸ। ਸਤਰ ਸਭੈ ਅਵਨਾਸ਼ ਹੋਏ ਹਮ ਕੋ ਹੋਏ ਬਿਲਾਸ। ਦੋਹਰਾ ਆਨੰਦ ਸੋ ਸਭ ਦੇਵਤਨ ਸੁਮਨ ਦੀਨ ਬਰਖਾਏ। ਸੋਕ ਹਰਨ ਦੁਸ਼ਮਨ ਦਲਨ ਪ੍ਰਗਟੇ ਜਗ ਮੁਆਏ। ਜੈ ਜੈਕਾਰ ਭਇਓ ਜਬੈ ਸੁਣੀ ਦੇਵਕੀ ਕਾਨ। ਤਰਾਸਤ ਹੋਏ ਮਨ ਮੈਂ ਕਹਿਓ ਸੋਰ ਕਰੈ ਕੋ ਆਨ। ਦੋਹਰਾ ਵਾਸੁਦੇਵ ਅਰ ਦੇਵਕੀ ਮੰਤਰ ਕਰੈ ਮਨ ਮਾਹੇ। ਕੰਸ ਕਸਾਈ ਜਾਨ ਕੈ ਹੀਐ ਅਦਕ ਡਰ ਪਾਹੇ। ਇਤ ਕ੍ਰਿਸ਼ਨ ਜਨਮ ਵਰਣਨੰ। ਹਾਂਜੀ ਇੱਥੇ ਇਤ ਤੋਂ ਭਾਵ ਹੁੰਦਾ ਵੀ ਇੱਥੇ ਕ੍ਰਿਸ਼ਨ ਦਾ ਜਨਮ ਜਿਹੜਾ ਵਰਣਨ ਕੀਤਾ ਗਿਆ। ਕ੍ਰਿਸ਼ਨ ਜੀ ਦਾ ਜਨਮ ਹੋ ਗਿਆ। ਪਹਿਲਾਂ ਬਲਭਦਰ ਦਾ ਜਨਮ ਹੋਇਆ ਸ਼ੇਸ਼ਨਾਗ ਦੇ ਅਵਤਾਰ ਨੇ, ਤੇ ਕ੍ਰਿਸ਼ਨ ਜੀ ਵਿਸ਼ਨੂੰ ਦੇ ਅਵਤਾਰ ਨੇ ਜਨਮ ਹੋ ਗਿਆ। ਇਤ ਕ੍ਰਿਸ਼ਨ ਜਨਮ ਵਰਣਨੰ ਵਰਣਨ ਕੀਤਾ ਗਿਆ। ਅੱਗੇ ਜੋ ਸਵਈਆ ਚਲੇਗਾ ਮੰਤਰ ਵਿਚਾਰ ਕਰ ਦਹੂੰ ਮਿਲ। ਉਹਨੇ ਮੰਤਰ ਕਰਨਾ, ਸਲਾਹ ਕਰਨੀ ਆ ਇਹਨੂੰ ਕਿਤੇ ਰਾਜਾ ਮਾਰ ਹੀ ਨਾ ਦੇਵੇ ਅਤੇ ਅੱਗੇ ਹੋਰ ਕਿਤੇ ਛੱਡਿਆਈਏ। ਇਹ ਆਪਾਂ ਅਗਲੇ ਸਮੇਂ ਵਿੱਚ ਫਿਰ ਪਾਠ ਕਰਾਂਗੇ, ਦਰਸ਼ਨ ਕਰਾਂਗੇ। ਇੱਥੇ ਹੀ ਸਮਾਪਤੀ ਕਰਦੇ ਹਾਂ ਜੀ। ਹਾਂਜੀ ਵਾਸੁਦੇਵ ਅਰ ਦੇਵ ਕੀ ਮੰਤਰ ਕਰੈ ਮਨ ਮਾਹੇ। ਕੰਸ ਕਸਾਈ ਜਾਨ ਕੈ
ਹੀਐ ਅਦਕ ਡਰ ਪਾਹੇ। ਹਿਤ ਕ੍ਰਿਸ਼ਨ ਜਨਮ ਵਰਣਨੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।